सत श्री अकाल जी। स्वागत है जी तुहाडा सारिਆਂ ਦਾ ਰੀਡ ਪੰਜਾਬੀ ਦੀ ਕਲਾਸ ਵਿੱਚ। ਕੱਲ ਦੀ ਜਮਾਤ ਵਿੱਚ ਜਿਵੇਂ ਆਪਾਂ ਗੱਲ ਕੀਤੀ ਸੀ ਕਿ ਸਾਡੀ ਜਿਹੜੀ ਪੰਜਾਬੀ ਭਾਸ਼ਾ ਹੈ ਉਸ ਦਾ ਮੂਲ ਸੋਮਾ ਕਿਵੇਂ ਵੈਦਿਕ ਸੰਸਕ੍ਰਿਤ ਬਣਦੀ ਹੈ ਅਤੇ ਉਸ ਤੋਂ ਬਾਅਦ ਇਸ ਦਾ ਨਿਕਾਸ ਕਿਵੇਂ ਅਪਭ੍ਰੰਸ਼ਾਂ ਦੇ ਵਿੱਚੋਂ ਦੀ ਗੁਜ਼ਰਦੀ ਹੋਈ ਇਹ ਆਪਣੇ ਆਧੁਨਿਕ ਰੂਪ ਦੇ ਵਿੱਚ ਸਾਡੇ ਸਾਹਮਣੇ ਆਉਂਦੀ ਹੈ। ਇਹ ਆਪਾਂ ਕੱਲ ਦੀ ਜਮਾਤ ਵਿੱਚ ਗੱਲ ਕੀਤੀ ਸੀ। ਅੱਜ ਆਪਾਂ ਗੱਲ ਕਰੀਏ ਜੀ, ਜਿਵੇਂ ਕਿ ਸਾਨੂੰ ਸਾਰਿਆਂ ਨੂੰ ਇਹ ਗੱਲ ਦਾ ਪਤਾ ਹੈ ਕਿ ਜਿਹੜੀ ਪੰਜਾਬੀ ਹੈ ਉਹ ਪੰਜਾਬ ਦੀ ਰਾਜ ਭਾਸ਼ਾ ਹੈ, ਪੰਜਾਬ ਪ੍ਰਾਂਤ ਦੇ ਵਿੱਚ ਬੋਲੀ ਜਾਂਦੀ ਹੈ। 1967 ਦੇ ਵਿੱਚ 1967 ਦੇ ਵਿੱਚ ਪੰਜਾਬ ਦੇ ਵਿੱਚ ਸਰਕਾਰ ਬਣਦੀ ਹੈ ਲਛਮਣ ਸਿੰਘ ਗਿੱਲ ਦੀ। ਲਛਮਣ ਸਿੰਘ ਗਿੱਲ ਉਹਨਾਂ ਨੇ ਕੀ ਕੀਤਾ, ਪੰਜਾਬੀ ਨੂੰ ਰਾਜ ਭਾਸ਼ਾ ਦਾ ਦਰਜਾ ਦੇ ਦਿੱਤਾ। ਸੋ ਇੱਥੇ ਕੀ ਹੋਇਆ, ਪੰਜਾਬੀ ਹੈ ਜਿਹੜੀ ਉਹ ਰਾਜ ਭਾਸ਼ਾ ਬਣ ਗਈ ਪੰਜਾਬ ਦੀ। ਰਾਜ ਭਾਸ਼ਾ ਤੋਂ ਮਤਲਬ ਕੀ ਹੈ ਕਿ ਹੁਣ ਮਤਲਬ ਕੀ ਹੈ ਕਿ ਪੰਜਾਬ ਦੇ ਵਿੱਚ ਜਿਵੇਂ ਕਿ ਸਿੱਖ ਕਮਿਊਨਿਟੀ ਜ਼ਿਆਦਾ ਹੈ, ਸੋ ਸਿੱਖ ਲੋਕ ਜੋ ਕੀ ਹੈ ਪੰਜਾਬੀ ਲੋਕ ਉਹ ਪੰਜਾਬੀ ਭਾਸ਼ਾ ਬੋਲਦੇ ਨੇ, ਹੈ ਨਾ। ਸੋ ਉਹਨਾਂ ਦੀ ਸੁਵਿਧਾ ਵਾਸਤੇ ਉਸ ਜ਼ਿਆਦਾ ਕਮਿਊਨਿਟੀ ਦੇ ਵਾਸਤੇ ਇਸ ਨੂੰ ਇੱਕ ਰਾਜ ਭਾਸ਼ਾ ਦਾ ਦਰਜਾ ਦੇ ਦਿੱਤਾ ਗਿਆ। ਹੁਣ ਉਸੇ ਭਾਸ਼ਾ ਦੇ ਵਿੱਚ ਹੀ ਉਹ ਭਾਸ਼ਾ ਜਿਵੇਂ ਜਿਸ ਭਾਸ਼ਾ ਦੇ ਵਿੱਚ ਕਿਸੇ ਇੱਕ ਏਰੀਏ ਦਾ ਸਰਕਾਰੀ ਕੰਮਕਾਜ, ਦਫ਼ਤਰਾਂ ਦਾ ਕੰਮਕਾਰ ਜਿਹੜਾ ਉਸ ਭਾਸ਼ਾ ਦੇ ਵਿੱਚ ਹੋਵੇ ਉਸ ਨੂੰ ਕਿਹਾ ਜਾਂਦਾ ਹੈ ਇੱਕ ਕਿਸੇ ਏਰੀਏ ਦੀ ਰਾਜ ਭਾਸ਼ਾ ਕਹਿ ਦਿੱਤਾ ਜਾਂਦਾ। ਸੋ ਪੰਜਾਬੀ ਹੈ ਜਿਹੜੀ ਉਹ ਪੰਜਾਬ ਦੀ ਰਾਜ ਭਾਸ਼ਾ ਹੈ। 1967 ਦੇ ਵਿੱਚ ਲਛਮਣ ਸਿੰਘ ਗਿੱਲ ਸਰਕਾਰ ਬਣਦੀ ਹੈ ਜਦੋਂ ਉਹਨਾਂ ਨੇ ਇਸ ਨੂੰ ਪੰਜਾਬੀ ਨੂੰ ਰਾਜ ਭਾਸ਼ਾ ਦਾ ਦਰਜਾ ਦੇ ਦਿੱਤਾ। ਸੋ ਪੰਜਾਬੀ ਹੈ ਜਿਹੜੀ ਉਹ ਪੰਜਾਬ ਦੇ ਪ੍ਰਾਂਤ ਵਿੱਚ ਬੋਲੀ ਜਾਂਦੀ ਹੈ। ਪੰਜਾਬ ਦੀ ਗੱਲ ਕਰੀਏ ਆਪਾਂ ਜੀ, ਪੰਜਾਬ ਸ਼ਬਦ ਦੀ ਆਪਾਂ ਗੱਲ ਕਰਨੀ ਹੈ, ਇਸੇ ਕਰਕੇ ਹੀ ਮੈਂ ਇਸ ਗੱਲ ਦਾ ਜ਼ਿਕਰ ਕੀਤਾ ਸੀ। ਸੋ ਪੰਜਾਬ ਜਿਵੇਂ ਕਿ ਆਪਾਂ ਨੂੰ ਪਤਾ ਹੈ ਕਿ ਜਿਹੜਾ ਸਾਡੀ ਰਿਗਵੇਦ ਹੈ ਉਹਦੀ ਰਚਨਾ ਪੰਜਾਬ ਦੀ ਧਰਤੀ ਦੇ ਉੱਪਰ ਹੋਈ ਹੈ। ਇਹਦਾ ਮਤਲਬ ਕੀ ਹੈ ਕਿ ਰਿਗਵੇਦ ਦੇ ਵਿੱਚ ਪੰਜਾਬ ਦਾ ਨਾਮ ਜ਼ਰੂਰ ਹੋਵੇਗਾ ਜੀ, ਬਿਲਕੁਲ ਹੈ। ਸਭ ਤੋਂ ਪਹਿਲਾ ਨਾਮ ਇਹਦਾ ਜਿਹੜਾ ਸਭ ਤੋਂ ਪਹਿਲਾ ਮੂਲ ਨਾਮ ਸੀਗਾ ਪੰਜਾਬ ਦਾ ਮੂਲ ਨਾਮ ਸੀਗਾ ਸਪਤ ਸਿੰਧ। ਸਪਤ ਸਿੰਧ ਨਾਮ ਸੀ ਜੀ ਇਹਦਾ ਮੂਲ ਨਾਮ, ਠੀਕ ਹੈ ਜੀ। ਸਪਤ ਸਿੰਧ ਮਤਲਬ ਕੀ ਹੈ ਕਿ ਕਿਸੇ ਟਾਈਮ ਉਸ ਧਰਤੀ ਦੇ ਉੱਪਰ 7 ਦਰਿਆ ਵਗਦੇ ਹੁੰਦੇ ਸਨ, ਜਿਨ੍ਹਾਂ ਦੇ ਆਪਾਂ ਨੂੰ ਨਾਮ ਜਿਵੇਂ ਕਿ ਪਤਾ ਹੀ ਹੈ ਕਿ ਜਿਹੜੀ ਸਾਡੀ ਸਿੰਧ, ਸਰਸਵਤੀ ਅਤੇ ਸਤਲੁਜ, ਬਿਆਸ, ਰਾਵੀ, ਝਨਾਬ ਅਤੇ ਜਿਹਲਮ, ਇਹ 7 ਦਰਿਆ ਵਗਦੇ ਸਨ। ਇਸ ਕਰਕੇ ਇਸ ਦਾ ਮੂਲ ਨਾਮ ਸੀ ਸਪਤ ਸਿੰਧ। ਇਹ ਵੇਦਾਂ ਦੇ ਵਿੱਚ ਆਇਆ ਹੋਇਆ ਨਾਮ ਹੈ। ਉਸ ਤੋਂ ਬਾਅਦ ਕੀ ਹੋਇਆ, 13ਵੀਂ ਸਦੀ ਦੇ ਵਿੱਚ ਇਹਦਾ ਨਾਮ ਸੀਗਾ ਪੰਚਨਦ। ਹੁਣ 13ਵੀਂ ਸਦੀ ਦੇ ਵਿੱਚ 13ਵੀਂ ਸਦੀ ਤੱਕ ਇਹਦਾ ਨਾਮ ਰਿਹਾ ਪੰਚਨਦ। ਪੰਚਨਦ ਹੈ ਜਿਹੜਾ ਇਹ ਸ਼ਬਦ ਹੈ ਸੰਸਕ੍ਰਿਤ ਦਾ। ਇਹਦੇ ਅਰਥ ਬਣਦੇ ਨੇ ਪੰਚ ਤੋਂ ਭਾਵ 5, ਨਦ। ਨਦ ਦਾ ਮਤਲਬ ਹੁੰਦਾ ਹੈ ਪਾਣੀ ਦਾ ਇੱਕ ਵੱਡਾ ਵਹਾਣ, ਮਤਲਬ ਬਹੁਤ ਸਾਰੀ ਮਾਤਰਾ ਦੇ ਵਿੱਚ ਜਦੋਂ ਪਾਣੀ ਵਹਿਵੇ, ਪਾਣੀ ਮਤਲਬ ਇਸ ਤਰ੍ਹਾਂ ਪਾਣੀ ਦਾ ਬਹਾਵ ਹੋਵੇ, ਉਹਨੂੰ ਕਹਿ ਦਿੱਤਾ ਜਾਂਦਾ ਹੈ ਨਦ। ਸੋ ਨਦ ਭਾਵ ਦੂਸਰਾ ਕੀ ਹੈ, ਦਰਿਆ। ਵੀ ਪਾਣੀ ਦੇ ਵੱਡੇ ਵਹਾਣ ਨੂੰ ਆਪਾਂ ਕੀ ਕਹਿੰਦੇ ਹਾਂ, ਦਰਿਆ ਹੀ ਕਹਿ ਦਿੰਦੇ ਹਾਂ ਨਾ। ਸੋ ਕੀ ਹੈ ਇੱਥੇ ਇਹਦਾ ਨਾਮ ਦਾ ਤਖੱਲੁਸ ਬਣਦਾ ਹੈ 5 ਦਰਿਆਵਾਂ ਦੀ ਧਰਤੀ। 5 ਦਰਿਆਵਾਂ ਦੀ ਧਰਤੀ ਨਾਮ ਦਾ ਅਰਥ ਬਣਦਾ ਹੈ ਇੱਥੇ 5 ਦਰਿਆਵਾਂ ਦੀ ਧਰਤੀ। 13ਵੀਂ ਸਦੀ ਦੇ ਵਿੱਚ ਕੀ ਹੋਇਆ, 13ਵੀਂ ਸਦੀ ਤੱਕ ਤਾਂ ਨਾਮ ਪੰਚਨਦ ਰਿਹਾ। ਉਸ ਤੋਂ ਬਾਅਦ ਕੀ ਹੋਇਆ, ਮੁਸਲਮਾਨ ਹਮਲਾਵਰਾਂ ਨੇ ਪੰਜਾਬ ਦੇ ਉੱਪਰ ਜਦੋਂ ਹਮਲਾ ਕਰਨਾ ਸ਼ੁਰੂ ਕਰ ਦਿੱਤਾ, ਜਦੋਂ ਉਹਨਾਂ ਨੇ ਆਪਣਾ ਰਾਜ ਸਥਾਪਿਤ ਕਰ ਲਿਆ, ਫਿਰ ਉਹਨਾਂ ਨੇ ਆਪਣੇ ਵੱਲੋਂ ਕੋਈ ਨਵਾਂ ਨਾਮ ਨਹੀਂ ਰੱਖਿਆ। ਆਪਣੇ ਵੱਲੋਂ 13ਵੀਂ ਸਦੀ ਤੋਂ ਬਾਅਦ ਇਹਦਾ ਨਾਮ ਪੰਜਾਬ ਪੈ ਗਿਆ। ਉਹਨਾਂ ਨੇ ਨਾਮ ਆਪਣੇ ਵੱਲੋਂ ਨਹੀਂ ਰੱਖਿਆ। ਇਸ ਨਾਮ ਨੂੰ ਉਹਨਾਂ ਨੇ ਫਾਰਸੀ ਦੇ ਵਿੱਚ ਕਨਵਰਟ ਕਰ ਲਿਆ ਤੇ ਨਾਮ ਇਸ ਦਾ ਬਣਾਤਾ 5 + ਆਬ ਤੋਂ ਪੰਜਾਬ। ਪੰਜਾਬ ਸ਼ਬਦ 2 ਫਾਰਸੀ ਸ਼ਬਦ 5 ਅਤੇ ਆਬ
ਪੰਚ ਸ਼ਬਦ ਹੈ ਜਿਹੜਾ ਪੰਚ ਇਹ ਸੰਸਕ੍ਰਿਤ ਦਾ ਹੈ ਅਤੇ ਉਸ ਦਾ ਕੀ ਆ, ਉਸ ਨੂੰ ਉਹਨਾਂ ਨੇ ਵਿਗਾੜ ਕੇ ਮੁਸਲਮਾਨ ਹਮਲਾਵਰਾਂ ਨੇ ਇਹਨੂੰ ਕਹਿਣਾ ਸ਼ੁਰੂ ਕਰ ਦਿੱਤਾ ਪੰਜਾਬ। ਸੋ ਪੰਚ ਨਦ ਤੋਂ ਪੰਜਾਬ ਬਣ ਗਿਆ। ਪੰਜਾਬ ਸ਼ਬਦ ਦੋ ਫਾਰਸੀ ਸ਼ਬਦਾਂ ਦੇ ਮੇਲ ਤੋਂ ਬਣਿਆ ਹੈ। ਆਬ ਦਾ ਮਤਲਬ ਹੁੰਦਾ ਹੈ ਪਾਣੀ। ਸੋ ਇੱਥੇ ਪੰਜਾਬ ਸ਼ਬਦ ਦਾ ਅਰਥ ਬਣਦਾ ਹੈ ਪੰਜਾਂ ਪਾਣੀਆਂ ਦੀ ਧਰਤੀ, ਪੰਜਾਂ ਪਾਣੀਆਂ ਦੀ ਧਰਤੀ। ਸਿਰਫ ਤਖੱਲਸ ਹੈ, ਇੱਕ ਵਿਸ਼ੇਸ਼ਣ ਯੁਕਤ ਨਾਮ ਹੈ ਇਹ ਪੰਜਾਂ ਪਾਣੀਆਂ ਦੀ ਧਰਤੀ, ਕਿਉਂਕਿ ਪਾਣੀ ਦੀ ਗਿਣਤੀ ਨਹੀਂ ਹੋ ਸਕਦੀ। ਪਾਣੀ ਹੈ ਜਿਹੜਾ ਇਹ ਪਦਾਰਥ ਬੋਧਕ ਨਾਮ ਹੈ, ਇਸ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ ਕਿ ਕਿੰਨੇ ਪਾਣੀ ਹੁੰਦੇ ਨੇ, ਪਰ ਇਹ ਸਿਰਫ ਇੱਕ ਵਿਸ਼ੇਸ਼ਤਾ ਦੇ ਤੌਰ 'ਤੇ, ਵਿਸ਼ੇਸ਼ਣ ਦੇ ਤੌਰ 'ਤੇ ਵਰਤਿਆ ਗਿਆ ਹੈ। ਇੱਕ ਤਰ੍ਹਾਂ ਦਾ ਤਖੱਲਸ ਹੈ, ਇੱਕ ਤਰ੍ਹਾਂ ਦੀ ਉਪਾਧੀ ਹੈ ਇਸ ਦੀ। ਸੋ ਇਹ ਪੰਜਾਬ ਨਾਮ ਦੇ ਬਾਰੇ ਆਪਾਂ ਥੋੜ੍ਹੀ ਜਿਹੀ ਚਰਚਾ ਕੀਤੀ ਹੈ। ਹੁਣ ਆਪਾਂ ਗੱਲ ਕਰੀਏ ਜੀ, ਹੁਣ ਆਪਾਂ ਪੰਜਾਬੀ ਦੀਆਂ ਉਪ ਭਾਸ਼ਾਵਾਂ ਦੀ ਗੱਲ ਕਰੀਏ ਕਿ ਉਪ ਭਾਸ਼ਾਵਾਂ ਐਕਚੁਅਲੀ ਦੇ ਵਿੱਚ ਹੈ ਕੀ ਹੈ। ਕੱਲ੍ਹ ਆਪਾਂ ਥੋੜ੍ਹੀ ਜਿਹੀ ਗੱਲ ਇੱਥੇ ਕੀਤੀ ਸੀ ਕਿ ਡਾਕਟਰ ਗਰੀਅਰਸਨ ਨੇ ਪੰਜਾਬੀ ਦੀਆਂ ਜਿਹੜੀਆਂ ਦੋ ਵੱਖ-ਵੱਖ ਉਸ ਨੂੰ ਭਾਸ਼ਾਵਾਂ ਜਿਹੜੀਆਂ ਮੰਨ ਲਈਆਂ, ਇੱਕ ਪੂਰਬੀ ਪੰਜਾਬੀ ਅਤੇ ਪੱਛਮੀ ਪੰਜਾਬੀ ਨੂੰ, ਉਸ ਨੇ ਕਿਹਾ ਕਿ ਇਹ ਦੋਵੇਂ ਵੱਖ-ਵੱਖ ਭਾਸ਼ਾਵਾਂ ਹਨ। ਪਰ ਐਕਚੁਅਲੀ ਦੇ ਵਿੱਚ ਅਜਿਹਾ ਨਹੀਂ ਹੈ। ਜਿਹੜਾ ਗਰੀਅਰਸਨ ਦਾ ਸਿਧਾਂਤ ਹੈ ਉਹ ਬਿਲਕੁਲ ਗਲਤ ਹੈ। ਉਹ ਮਤਲਬ ਕੀ ਉਹਦਾ ਕੋਈ ਬੇਸ ਨਹੀਂ ਹੈ। ਸੋ ਕਾਰਨ ਕੀ ਹੈ, ਕਿਉਂਕਿ ਪੰਜਾਬੀ ਦੀਆਂ ਉਪ ਭਾਸ਼ਾਵਾਂ ਹੀ ਹਨ। ਉਹ ਪੰਜਾਬੀ ਦੀਆਂ ਉਪ ਭਾਸ਼ਾਵਾਂ, ਪੰਜਾਬੀ ਦੀਆਂ ਉਪ ਭਾਸ਼ਾਵਾਂ ਕਿਹੜੀਆਂ ਕਿਹੜੀਆਂ ਨੇ ਜੀ? ਪੰਜਾਬੀ ਦੀਆਂ ਉਪ ਭਾਸ਼ਾਵਾਂ ਨੇ ਜੀ ਤਿੰਨ। ਇੱਕ ਤਾਂ ਹੈਗੀ ਹੈ ਜੀ ਸਾਡੀ ਪੂਰਬੀ ਪੰਜਾਬੀ। ਪੂਰਬੀ ਪੰਜਾਬੀ, ਪੂਰਬੀ ਪੰਜਾਬ ਹੈ ਜਿਹੜਾ ਉਹ ਸਾਡੇ ਭਾਰਤ ਦੇ ਵਿੱਚ ਜਿਹੜਾ ਪੰਜਾਬ ਦਾ ਹਿੱਸਾ ਹੈ ਉਸ ਦਾ ਨਾਮ ਹੈ ਜੀ ਪੂਰਬੀ ਪੰਜਾਬ ਕਿਹਾ ਜਾਂਦਾ ਹੈ। ਸੋ ਉੱਥੇ ਜਿਹੜੀ ਪੰਜਾਬੀ ਬੋਲੀ ਜਾਂਦੀ ਹੈ ਸਾਡੇ ਭਾਰਤ ਪੰਜਾਬ ਦੇ ਵਿੱਚ, ਉਹਦਾ ਨਾਮ ਦੇਤਾ ਪੂਰਬੀ ਪੰਜਾਬੀ। ਇਹ ਬੋਲੀ ਜਾਂਦੀ ਹੈ ਜੀ ਸਾਡੇ ਭਾਰਤ ਦੇ ਵਿੱਚ। ਠੀਕ ਹੈ ਜੀ, ਇਹ ਸਾਡੀ 1 ਨੰਬਰ ਹੋ ਗਈ। ਸਾਡੀ 2 ਨੰਬਰ ਹੈ ਜੀ ਪੱਛਮੀ ਪੰਜਾਬੀ। ਪੱਛਮੀ ਪੰਜਾਬੀ ਜਿਹਦਾ ਨਾਮ ਲਹਿੰਦੀ ਵੀ ਲਿਆ ਜਾਂਦਾ ਹੈ, ਲਹਿੰਦੇ ਵਾਲੇ ਪਾਸੇ ਦੀ। ਸੂਰਜ ਜਿੱਧਰ ਢਲਦਾ ਹੋਵੇ ਲਹਿੰਦੇ ਵਾਲਾ ਪਾਸਾ ਉਹ ਪੱਛਮੀ ਪੰਜਾਬੀ ਜਾਂ ਲਹਿੰਦੀ। ਇਹ ਕਿੱਥੇ ਰਹਿ ਗਈ ਜੀ ਅੱਜ ਕੱਲ੍ਹ? ਜੋ ਪਾਕਿਸਤਾਨ ਦੇ ਵਿੱਚ ਪੰਜਾਬ ਹੈ ਨਾ, ਉਸ ਹਿੱਸੇ ਦੇ ਵਿੱਚ ਬੋਲੀ ਜਾਂਦੀ ਹੈ ਪੱਛਮੀ ਪੰਜਾਬੀ ਜਾਂ ਲਹਿੰਦੀ ਇਹਦਾ ਨਾਮ ਹੈ। ਅੱਛਾ, ਇੱਕ ਹੋਰ ਭਾਸ਼ਾ ਹੈ, ਉਹ ਹੈਗੀ ਹੈ ਜੀ, ਇੱਕ ਹੋਰ ਉਪ ਭਾਸ਼ਾ ਉੱਤਰੀ ਪੰਜਾਬੀ। ਪੰਜਾਬ ਉੱਤਰ ਦੇ ਵਿੱਚ ਪੰਜਾਬ ਦਾ ਕੁਛ ਹਿੱਸਾ ਉੱਤਰੀ ਪੰਜਾਬੀ, ਪਹਾੜੀ ਜਿਹੜੀ ਹੈਗੀ ਆ, ਪਹਾੜੀ ਜੰਮੂ ਕਸ਼ਮੀਰ ਵਾਲਾ ਇਲਾਕਾ ਜਿਹਦਾ ਨਾਮ ਹੈ ਡੋਗਰੀ, ਉਪ ਭਾਸ਼ਾ ਦਾ ਨਾਮ। ਇਹ ਸਾਰੀਆਂ ਪੰਜਾਬੀ ਦੀਆਂ ਉਪ ਭਾਸ਼ਾਵਾਂ ਹਨ। ਉਪ ਭਾਸ਼ਾ ਉਹ ਭਾਸ਼ਾ ਹੁੰਦੀ ਹੈ ਜੋ ਕੀ ਹੈ ਕਿ ਇੱਕੋ ਭਾਸ਼ਾ ਦੀਆਂ ਕੋਈ ਅਲੱਗ-ਅਲੱਗ ਥੋੜ੍ਹੇ ਬਹੁਤੇ ਫਰਕ ਦੇ ਨਾਲ, ਭੂਗੋਲਿਕ ਜਾਂ ਸਮਾਜਿਕ ਫਰਕ ਦੇ ਨਾਲ ਉਹਨਾਂ ਦੇ ਵਿੱਚ ਅੰਤਰ ਆ ਗਿਆ, ਪਰ ਉਹਨਾਂ ਦਾ ਮੂਲ ਸੋਮਾ ਇੱਕੋ ਹੀ ਭਾਸ਼ਾ ਹੈ। ਹੁਣ ਇਹਨਾਂ ਤਿੰਨਾਂ ਉਪ ਭਾਸ਼ਾਵਾਂ ਦਾ ਮੂਲ ਸੋਮਾ ਇੱਕੋ ਹੀ ਭਾਸ਼ਾ ਹੈ ਪੰਜਾਬੀ। ਪਰ ਕੀ ਹੈ ਕਿ ਥੋੜ੍ਹਾ ਜਿਹਾ ਭੂਗੋਲਿਕ ਵੰਡ ਦੇ ਆਧਾਰ 'ਤੇ ਇਹਨਾਂ ਦਾ ਅਲੱਗ-ਅਲੱਗ ਹੈ, ਇਹਨਾਂ ਦੀ ਲਿਪੀ ਵੀ ਅਲੱਗ ਹੈ। ਪਰ ਕੀ ਹੈ ਕਿ ਜਿਹੜੀ ਭਾਸ਼ਾ ਹੈ ਉਹ ਜਿਹੜੀ ਹੈ ਉਹ ਸੇਮ ਹੀ ਹੈ, ਥੋੜ੍ਹੇ ਬਹੁਤੇ ਫਰਕ ਦੇ ਨਾਲ ਹੈ। ਬਸ ਥੋੜ੍ਹਾ ਜਿਹਾ ਫਰਕ ਪੈ ਗਿਆ, ਉੱਧਰਲੇ ਜਿਹੜੇ ਲੋਕ ਨੇ ਉਹਨਾਂ ਦੇ ਉੱਪਰ ਜਿਹੜਾ ਕੀ ਹੈ ਉਰਦੂ ਭਾਸ਼ਾ ਦਾ ਜਿਵੇਂ ਥੋੜ੍ਹਾ ਜਿਹਾ ਵੱਧ ਪ੍ਰਭਾਵ ਪੈ ਗਿਆ। ਸੋ ਉਹਦੇ ਵਿੱਚ ਸ਼ਬਦਾਵਲੀ ਹੈ ਜਿਹੜੀ ਥੋੜ੍ਹੀ ਜਿਹੀ ਉਹਨਾਂ ਦੀ ਉਰਦੂ ਦੇ ਹਿਸਾਬ ਨਾਲ ਹੋ ਗਈ। ਅਤੇ ਸਾਡੀ ਹੈ ਜਿਹੜੀ ਸਾਡੀ ਪੰਜਾਬੀ ਹੈ ਜਿਹੜੀ, ਇਸ ਦੇ ਉੱਪਰ ਜਿਵੇਂ ਹਿੰਦੀ ਭਾਸ਼ਾ ਦਾ ਥੋੜ੍ਹਾ ਜਿਹਾ ਪ੍ਰਭਾਵ ਪੈ ਗਿਆ। ਇਸ ਕਰਕੇ ਇਹਦੇ ਉੱਪਰ ਸਾਨੂੰ ਥੋੜ੍ਹੀ ਜਿਹੀ ਲੱਗਦਾ ਹੈ ਕਿ ਇਹ ਦੂਜੀਆਂ ਭਾਸ਼ਾਵਾਂ ਦੀ ਝਲਕ ਹੈ, ਹਿੰਦੀ ਵਗੈਰਾ ਦੀ। ਸੋ ਪੂਰਬੀ ਪੰਜਾਬੀ ਦੀ ਆਪਾਂ ਗੱਲ ਕਰਨੀ ਹੈ। ਇਹ ਤਾਂ ਸਿਰਫ ਨੌਲੇਜ ਵਾਸਤੇ ਗੱਲ ਹੈ ਕਿ ਪੰਜਾਬੀ ਦੀਆਂ ਉਪ ਭਾਸ਼ਾਵਾਂ ਕਿੰਨੀਆਂ ਹਨ ਜੀ? 3। ਇੱਕ ਪੂਰਬੀ ਪੰਜਾਬੀ ਹੈ ਜੋ ਭਾਰਤ ਦੇ ਪੰਜਾਬ ਵਾਲੇ ਹਿੱਸੇ 'ਚ ਬੋਲੀ ਜਾਂਦੀ ਹੈ। ਪੱਛਮੀ ਪੰਜਾਬੀ ਹੈ ਜੋ ਪਾਕਿਸਤਾਨ ਵਾਲੇ ਪੰਜਾਬ ਵਿੱਚ ਬੋਲੀ ਜਾਂਦੀ ਹੈ, ਜਿਹਦਾ ਦੂਸਰਾ ਨਾਮ ਲਹਿੰਦੀ ਹੈ। ਅਤੇ ਤੀਸਰੀ ਹੈ ਜੀ ਉੱਤਰੀ ਪੰਜਾਬੀ ਜਾਂ ਡੋਗਰੀ ਜੋ ਜੰਮੂ ਕਸ਼ਮੀਰ ਵਾਲੇ ਇਲਾਕੇ ਵਿੱਚ ਬੋਲੀ ਜਾਂਦੀ ਹੈ। ਸੋ ਇਹ ਪੰਜਾਬੀ ਦੀਆਂ 3 ਉਪ ਭਾਸ਼ਾਵਾਂ ਨੇ ਜੋ ਕਿ ਆਪਣੀ ਜਿਨ੍ਹਾਂ ਦਾ ਮੂਲ ਸੋਮਾ ਇੱਕ ਪੰਜਾਬੀ ਭਾਸ਼ਾ ਹੀ ਹੈ। ਇਹ ਹੈ ਜੀ ਪੰਜਾਬੀ ਦੀਆਂ ਉਪ ਭਾਸ਼ਾਵਾਂ। ਹੁਣ ਆਪਾਂ ਗੱਲ ਕਰਦੇ ਹਾਂ ਸਾਡੀ ਭਾਸ਼ਾ ਦੀ, ਕਿਉਂਕਿ ਆਪਣੀ ਪਹੁੰਚ ਹੈ ਜਿਹੜੀ ਉਹ ਅਸੀਂ ਆਪਣੀ ਭਾਸ਼ਾ ਤੱਕ ਬਣਾਉਣੀ ਹੈ, ਪੂਰਬੀ ਪੰਜਾਬੀ ਤੱਕ। ਜੋ ਸਾਡੇ ਵਿਆਕਰਨਾਂ ਦੇ ਵਿੱਚ ਜੋ ਪੰਜਾਬੀ ਦਾ ਨਾਮ ਲਿਖਿਆ ਹੁੰਦਾ ਹੈ ਉਹ ਸਾਡੀ ਭਾਸ਼ਾ ਦੀ ਗੱਲ ਕਰਦੇ ਹੁੰਦੇ ਆ, ਪੂਰਬੀ ਪੰਜਾਬੀ ਦੀ।
ਸੋ ਪੂਰਬੀ ਪੰਜਾਬੀ ਜਾਂ ਪੰਜਾਬੀ ਹੁਣ ਆਪਾਂ ਉਹਨੂੰ ਕਹਿ ਸਕਦੇ ਹਾਂ, ਜਿਸ ਦਾ ਨਾਮ ਮੈਂ ਹੁਣ ਪੰਜਾਬੀ ਲਿਖੂੰਗਾ। ਇਹਦਾ ਮਤਲਬ ਕੀ ਹੈ ਕਿ ਮੈਂ ਤੁਹਾਨੂੰ ਜੋ ਵਿਆਕਰਣ ਜਾਂ ਕੋਈ ਸੰਬੰਧਿਤ ਚੀਜ਼ਾਂ ਕੋਈ ਵੀ ਪੜ੍ਹਾਵਾਂਗਾ, ਉਹ ਸਾਡੀ ਭਾਰਤ ਦੇ ਵਿੱਚ ਜਿਹੜੀ ਬੋਲੀ ਜਾ ਰਹੀ ਪੂਰਬੀ ਪੰਜਾਬੀ ਹੈ ਉਹਦੇ ਬਾਬਤ ਹੀ, ਉਹਦੇ ਨਾਲ ਸੰਬੰਧਿਤ ਹੀ ਸਾਰਾ ਪੜ੍ਹਾਵਾਂਗਾ। ਹੁਣ ਇੱਥੇ ਕੀ ਹੈ ਜੀ, ਇਹ ਹੈ ਜੀ ਸਾਡੇ ਭਾਰਤ ਦੇ ਵਿੱਚ ਬੋਲੀ ਜਾਣ ਵਾਲੀ, ਪੰਜਾਬ ਦੇ ਵਿੱਚ ਬੋਲੀ ਜਾਣ ਵਾਲੀ ਪੰਜਾਬੀ। ਇਹਦੀਆਂ ਅੱਗੇ ਕਈ ਉਪ ਬੋਲੀਆਂ ਨੇ, ਬਹੁਤ ਸਾਰੀਆਂ ਉਪ ਬੋਲੀਆਂ ਨੇ, ਜਿਨ੍ਹਾਂ ਦੇ ਵਿੱਚੋਂ 3-4 ਆਪਾਂ ਵੇਖਦੇ ਹਾਂ ਕਿਹੜੀਆਂ ਕਿਹੜੀਆਂ ਨੇ। ਇਹਦੀਆਂ ਕੁਝ ਉਪ ਬੋਲੀਆਂ ਨੇ ਭੂਗੋਲਿਕ ਵੰਡ ਦੇ ਆਧਾਰ 'ਤੇ ਸਮਾਜ ਦੇ ਵਿੱਚ, ਮਤਲਬ ਕੀ ਹੈ ਕਿ ਜਿਵੇਂ ਕਬੀਲੇ ਵਾਲੇ ਜਿਵੇਂ ਲੋਕ, ਉਹਨਾਂ ਦੀ ਆਪਦਾ ਜਿਵੇਂ ਹੁੰਦਾ ਨਾ, ਸਾਰਾ ਕੁਝ ਆਪਦਾ ਹੀ ਉਹਨਾਂ ਦਾ ਸੱਭਿਆਚਾਰ ਹੁੰਦਾ। ਸੋ ਥੋੜ੍ਹੇ ਥੋੜ੍ਹੇ ਸੱਭਿਆਚਾਰ ਦੇ ਪ੍ਰਭਾਵ ਦੇ ਕਾਰਨ ਪੰਜਾਬੀ ਭਾਸ਼ਾ ਜਿਹੜੀ ਸਾਡੇ ਭਾਰਤ ਦੇ ਵਿੱਚ ਬੋਲੀ ਜਾਂਦੀ ਹੈ, ਉਹਦੇ ਵਿੱਚ ਵੀ ਤਬਦੀਲੀਆਂ ਆਈਆਂ ਹੋਈਆਂ ਨੇ। ਸੋ ਉਪ ਬੋਲੀਆਂ ਅੱਗੇ ਇਸੇ ਕਰਕੇ ਬਣ ਗਈਆਂ ਕਿ ਜਿਵੇਂ ਕਿ ਇੱਕ ਹੈ ਜੀ ਉਪ ਬੋਲੀ ਸਾਡੀ ਮਾਝੀ। ਮਾਝੀ ਤੋਂ ਭਾਵ ਮਾਝਾ, ਮੱਧਿਆ ਦਾ ਇਲਾਕਾ, ਮੱਧ ਦਾ ਵਿਚਕਾਰ ਵਾਲਾ, ਮੱਧਿਆ ਸੈਂਟਰ, ਮਾਝੀ। ਇੱਕ ਹੈ ਜੀ ਸਾਡੀ ਉਪ ਬੋਲੀ ਮਲਵਈ। ਇੱਕ ਹੈ ਜੀ ਦੁਆਬੀ। ਇੱਕ ਹੈ ਜੀ ਪੁਆਧੀ। ਇਹ ਮੇਨ ਹੈ ਜੀ ਸਾਡੀਆਂ ਉਪ ਬੋਲੀਆਂ ਪੰਜਾਬੀ ਦੀਆਂ। ਹੁਣ ਇਹਨਾਂ ਦੇ ਵਿੱਚੋਂ ਹੁਣ ਜਿਵੇਂ ਆਪਾਂ ਕਿ ਜਾਣਦੇ ਹਾਂ, ਸਾਨੂੰ ਇਸ ਗੱਲ ਦਾ ਪਤਾ ਹੈ। ਮੈਂ ਇਹ ਕਿਉਂ ਤੁਹਾਨੂੰ ਕਰਾ ਰਿਹਾ, ਕਿਉਂਕਿ ਅਸੀਂ ਹੁਣ ਵਿਆਕਰਣ ਦੇ ਆਪਣੀ ਪਹੁੰਚ ਬਣਾਉਣੀ ਹੈ ਕਿ ਵਿਆਕਰਣ ਐਕਚੁਅਲੀ ਦੇ ਵਿੱਚ ਆਪਾਂ ਕਿਹੜੀ ਭਾਸ਼ਾ ਦਾ ਪੜ੍ਹਨਾ ਹੈ। ਸਾਡਾ ਸਵਾਲ ਇਹ ਹੈ ਕਿ ਪੰਜਾਬੀ ਭਾਸ਼ਾ ਦੇ ਵਿੱਚ ਇਹਨਾਂ ਦੇ ਵਿੱਚੋਂ ਕਿਹੜੀ ਉਪ ਬੋਲੀ ਹੈ ਜਿਹੜੀ ਉਹ ਜਿਹਦਾ ਵਿਆਕਰਣ ਦੇ ਉੱਪਰ ਆਧਾਰਿਤ ਹੋਵੇਗੀ, ਕਿਹੜੀ ਬੋਲੀ ਹੈ ਜਿਹੜੀ ਪੰਜਾਬੀ ਨੂੰ ਸਟੈਂਡਰਡ ਰੂਪ ਦੇਵੇਗੀ। ਇਹਨਾਂ ਦੇ ਵਿੱਚੋਂ ਕੋਈ ਉਪ ਬੋਲੀ ਇੱਕ ਚੁਣੀ ਜਾਊਗੀ ਜਿਹਦੇ ਵਿੱਚ ਇਹਨਾਂ ਸਾਰੀਆਂ ਉਪ ਬੋਲੀਆਂ ਵਾਲੇ ਗੁਣ ਹੋਣਗੇ, ਜਿਹੜੀ ਸਾਰੀਆਂ ਉਪ ਬੋਲੀਆਂ ਦੇ ਨਾਲ ਸਾਂਝੀ ਹੋਵੇਗੀ। ਉਹ ਹੈ ਜੀ ਮਾਝੀ। ਸੋ ਜਿਹੜਾ ਅਸੀਂ ਪੰਜਾਬੀ, ਜਿਵੇਂ ਕਿ ਆਪਾਂ ਇੱਕ ਹੋਰ ਗੱਲ ਕਰੀਏ ਕਿ ਜਿਹੜੀ ਭਾਸ਼ਾ ਹੈ ਉਹਦੇ ਆਪਾਂ ਕੱਲ੍ਹ ਜਿਵੇਂ ਗੱਲ ਕੀਤੀ ਸੀ ਕਿ 2 ਪ੍ਰਕਾਰ ਹੁੰਦੇ ਆ ਜੀ। ਇੱਕ ਤਾਂ ਹੁੰਦੀ ਹੈ ਬੋਲਚਾਲ ਦੀ ਭਾਸ਼ਾ। ਹੁਣ ਆਪਾਂ ਗੱਲ ਕਰੀਏ ਥੋੜ੍ਹੀ ਜਿਹੀ ਇੱਕ, ਕਿਉਂਕਿ ਵਿਆਕਰਣ ਜੋ ਹੈ ਫਿਰ ਉਹਦੀ ਆਪਾਂ ਨੂੰ ਥੋੜ੍ਹੀ ਜਿਹੀ ਵਧੀਆ ਸਮਝ ਦੇ ਵਿੱਚ ਆਵੇਗਾ ਵਿਆਕਰਣ ਦਾ ਪੈਟਰਨ। ਆਪਾਂ ਗੱਲ ਕਰੀਏ ਜੀ ਭਾਸ਼ਾ। ਭਾਸ਼ਾ ਦੇ ਆਪਾਂ 2 ਪ੍ਰਕਾਰ ਪੜ੍ਹੇ ਸੀ ਜੀ, 2 ਪ੍ਰਕਾਰ, ਠੀਕ ਹੈ ਜੀ। ਇੱਕ ਤਾਂ ਆਪਾਂ ਪੜ੍ਹਿਆ ਸੀ ਬੋਲਚਾਲ ਦੀ ਭਾਸ਼ਾ। ਬੋਲਚਾਲ ਦੀ, ਆਮ ਜਦੋਂ ਆਪਾਂ ਕਿਸੇ ਨਾਲ ਗੱਲਬਾਤ ਕਰਦੇ ਹਾਂ ਉਹਨੂੰ ਕਿਹਾ ਜਾਂਦਾ ਬੋਲਚਾਲ ਦੀ ਭਾਸ਼ਾ। ਅੱਛਾ ਜੀ, ਦੂਸਰੀ ਭਾਸ਼ਾ ਸਾਡੀ ਲਿਖਤੀ ਭਾਸ਼ਾ, ਜਾਂ ਜਿਸ ਨੂੰ ਕਿਹਾ ਜਾਂਦਾ ਸਾਹਿਤਕ ਭਾਸ਼ਾ। ਸਾਹਿਤਕ ਭਾਸ਼ਾ, ਜਿਹੜੀ ਭਾਸ਼ਾ ਦੇ ਵਿੱਚ ਸਾਡੀਆਂ ਬੁੱਕਸ ਛਪਦੀਆਂ ਨੇ, ਜਿਹੜੀ ਭਾਸ਼ਾ ਦੇ ਵਿੱਚ ਸਮਾਚਾਰ ਪੱਤਰ ਜਾਂ ਟੀਵੀ ਦੇ ਉੱਪਰ ਕੋਈ ਪ੍ਰੋਗਰਾਮ ਵਗੈਰਾ ਜੋ ਆਉਂਦੇ ਨੇ, ਜੋ ਕਿ ਜਿਵੇਂ ਨਿਊਜ਼ ਚੈਨਲ ਵਗੈਰਾ ਨੇ, ਉਹ ਜੇਕਰ ਉਸ ਨੂੰ, ਉਹ ਜਿਹੜੀ ਭਾਸ਼ਾ ਉਹ ਕਿਹੜੀ ਹੁੰਦੀ ਹੈ, ਸਾਹਿਤਕ ਭਾਸ਼ਾ। ਜਿਸ ਭਾਸ਼ਾ ਦੇ ਵਿੱਚ ਉਸ ਭਾਸ਼ਾ ਸੰਬੰਧੀ ਰਚਨਾਵਾਂ ਹੋਣਗੀਆਂ, ਉਹ ਹੈ ਜੀ ਸਾਹਿਤਕ ਭਾਸ਼ਾ। ਸਵਾਲ ਇਹ ਪੈਦਾ ਹੁੰਦਾ ਹੈ ਕਿ ਇਹਨਾਂ ਦੇ ਵਿੱਚੋਂ ਜੋ ਵਿਆਕਰਣ ਹੈ ਉਹ ਕਿਹੜੀ ਭਾਸ਼ਾ ਦੇ ਉੱਪਰ ਆਧਾਰਿਤ ਹੁੰਦਾ ਹੈ। ਹੁਣ ਬੋਲਚਾਲ ਦੀ ਭਾਸ਼ਾ ਦੀ ਆਪਾਂ ਗੱਲ ਕੀਤੀ ਸੀ ਕਿ ਜਦੋਂ ਆਪਾਂ ਕਿਸੇ ਨਾਲ ਗੱਲਬਾਤ ਕਰਦੇ ਹਾਂ, ਜਦੋਂ ਆਪਾਂ ਕਿਸੇ ਨਾਲ ਬੋਲਚਾਲ ਕਰਦੇ ਹਾਂ, ਜਦੋਂ ਆਪਾਂ ਕਿਸੇ ਨਾਲ ਸੰਪਰੇਖਣ ਕਰਦੇ ਹਾਂ, ਜਦੋਂ ਆਪਾਂ ਕਿਸੇ ਨਾਲ ਵਿਚਾਰਾਂ ਦਾ ਵਟਾਂਦਰਾ ਕਰਦੇ ਹਾਂ, ਤਾਂ ਉਦੋਂ ਆਪਾਂ ਵਿਆਕਰਣ ਦੇ ਨਿਯਮਾਂ ਦਾ ਕੋਈ ਖਿਆਲ ਨਹੀਂ ਰੱਖਦੇ। ਸੋ ਇਹਦਾ ਮਤਲਬ ਕੀ ਹੈ ਕਿ ਵਿਆਕਰਣ ਦੇ ਨਿਯਮ ਬੋਲਚਾਲ ਦੀ ਭਾਸ਼ਾ ਦੇ ਉੱਪਰ ਆਧਾਰਿਤ ਤਾਂ ਹੈ ਨਹੀਂ ਗੇ, ਹੈ ਨਾ ਵੀ, ਬਿਲਕੁਲ ਨਹੀਂ ਗੇ। ਕਿਉਂਕਿ ਇਹਦੇ 'ਤੇ ਇਸ ਜਦੋਂ ਆਪਾਂ ਬੋਲਚਾਲ ਦੀ ਭਾਸ਼ਾ ਵਰਤੀ, ਕਿਸੇ ਨਾਲ ਗੱਲਬਾਤ ਕੀਤੀ, ਤਾਂ ਉਦੋਂ ਆਪਾਂ ਵਿਆਕਰਣ ਦੇ ਨਿਯਮਾਂ ਨੂੰ ਇੱਕ ਪਾਸੇ ਰੱਖ ਕੇ ਅਤੇ ਆਪਾਂ ਆਪਦੇ ਹਿਸਾਬ ਨਾਲ ਉਸ ਬੰਦੇ ਨਾਲ ਗੱਲਬਾਤ ਕਰ ਲਈ, ਅਤੇ ਸਾਡਾ ਜਿਹੜਾ ਸੰਪਰੇਖਣ ਹੈ ਉਹ ਵੀ ਪੂਰਾ ਹੋ ਗਿਆ। ਸੋ ਕਾਰਨ ਕੀ ਰਿਹਾ ਕਿ ਬੋਲਚਾਲ ਦੀ ਭਾਸ਼ਾ ਜੋ ਹੈ ਉਹ ਵਿਆਕਰਣ ਦੇ ਉੱਪਰ ਆਧਾਰਿਤ ਨਹੀਂ ਹੁੰਦੀ। ਜੇਕਰ ਇਸ ਤਰ੍ਹਾਂ ਹੁੰਦਾ ਤਾਂ ਮੈਨੂੰ ਲੱਗਦਾ ਵੀ ਆਪਾਂ ਗੱਲਬਾਤ ਹੀ ਕਰਨੀ ਬੰਦ ਕਰ ਦੇਣੀ ਸੀ, ਕਿਉਂਕਿ ਆਪਾਂ ਨੂੰ ਫਿਰ ਸਮਝ ਨਹੀਂ ਸੀ ਆਉਣੀ ਵੀ ਵਿਆਕਰਣ ਦਾ ਫਿਰ ਪੈਟਰਨ ਹੀ ਨਹੀਂ ਸੀ ਪਤਾ ਲੱਗਣਾ। ਵਿਆਕਰਣ ਦੇ ਆਧਾਰ 'ਤੇ ਜੇ ਆਪਾਂ ਕਹਿ ਦਿੰਦੇ ਕਿ ਜੇ ਤੁਸੀਂ ਕਿਸੇ ਨਾਲ ਗੱਲ ਕਰਨੀ ਹੈ ਨਾ, ਅਤੇ ਉਹ ਵਿਆਕਰਣ ਦੇ ਅਕੋਰਡਿੰਗ ਕਰਨੀ ਆ, ਆਪਾਂ ਕਿੰਨਾ ਕੁ ਚਿਰ ਕਿਸੇ ਨਾਲ ਕਰਾਂਗੇ, ਕਰ ਹੀ ਨਹੀਂ ਸਕਦੇ। ਸੋ ਬੋਲਚਾਲ ਦੀ ਭਾਸ਼ਾ ਦੇ ਵਿੱਚ ਵਿਆਕਰਣ ਨਿਯਮਾਂ ਦਾ ਖਿਆਲ ਨਹੀਂ ਰੱਖਿਆ ਜਾਂਦਾ। ਇਸ ਕਰਕੇ ਇਹਦਾ ਮਤਲਬ ਕੀ ਹੈ ਕਿ ਵਿਆਕਰਣ ਜੋ ਹੈ ਉਹ ਬੋਲਚਾਲ ਦੀ ਭਾਸ਼ਾ ਦੇ ਅਕੋਰਡਿੰਗ ਨਹੀਂ ਹੈ। ਫਿਰ ਦੂਜੀ ਰਹਿ ਗਈ ਜੀ ਲਿਖਤੀ ਜਾਂ ਸਾਹਿਤਕ ਭਾਸ਼ਾ। ਸਾਡੀਆਂ ਕਿਤਾਬਾਂ ਦੇ ਵਿੱਚ ਜਾਂ ਜੋ ਸਮਾਚਾਰ ਪੱਤਰਾਂ ਦੇ ਵਿੱਚ ਜੋ ਲਿਖੀ ਗਈ ਭਾਸ਼ਾ ਹੁੰਦੀ ਹੈ, ਜਿਸ ਭਾਸ਼ਾ ਦੇ ਵਿੱਚ ਸਾਹਿਤ ਦੀ ਰਚਨਾ ਹੋਵੇ, ਉਸ ਨੂੰ ਕਿਹਾ ਜਾਂਦਾ ਹੈ ਜੀ ਸਾਡੀ ਲਿਖਤੀ ਭਾਸ਼ਾ, ਜਿਸ ਦੇ ਵਿੱਚ ਸਾਹਿਤ ਦੀ ਰਚਨਾ ਹੋਵੇ।
ਹੁਣ ਸਾਨੂੰ ਪਤਾ ਕਿ ਬੋਲਚਾਲ ਦੀ ਭਾਸ਼ਾ ਦੇ ਵਿੱਚ ਤਾਂ ਵਿਆਕਰਣ ਨਿਯਮਾਂ ਦਾ ਕੋਈ ਕੰਮ ਨਹੀਂ ਰਿਹਾ। ਇਹਦਾ ਮਤਲਬ ਕੀ ਹੈ ਕਿ ਜੋ ਸਾਡੇ ਵਿਆਕਰਣ ਦੇ ਨਿਯਮ ਹਨ, ਜੋ ਸਾਡੀ ਵਿਆਕਰਣ ਦੀ ਕਿਤਾਬ ਹੈ, ਜੋ ਸਾਡੀ ਵਿਆਕਰਣ ਦੀ ਪੁਸਤਕ ਹੈ, ਉਹ ਲਿਖਤੀ ਭਾਸ਼ਾ ਦੇ ਅਨੁਸਾਰ ਬਣਾਈ ਗਈ ਹੁੰਦੀ ਹੈ। ਸੋ ਇਹਦੇ ਵਿੱਚ ਕੀ ਹੈ ਕਿ ਜੋ ਵਿਆਕਰਣ ਦੇ ਨਿਯਮ ਹੁੰਦੇ ਹਨ, ਸਾਡੇ ਵਿਆਕਰਣ ਦੇ ਨਿਯਮ ਉਹ ਲਿਖਤੀ ਭਾਸ਼ਾ ਦੇ ਵਿੱਚ ਹੀ ਕੰਮ ਆਉਂਦੇ ਹਨ। ਜਦੋਂ ਆਪਾਂ ਭਾਸ਼ਾ ਦੇ ਵਿੱਚ ਕਿਸੇ 'ਚ ਸਾਹਿਤ ਦੀ ਰਚਨਾ ਕਰਨੀ ਹੋਵੇ, ਭਾਸ਼ਾ ਨੂੰ ਲਿਖਤੀ ਰੂਪ ਦੇਣਾ ਹੋਵੇ, ਉਦੋਂ ਆਪਾਂ ਵਿਆਕਰਣ ਦੇ ਨਿਯਮਾਂ ਦਾ ਖਿਆਲ ਰੱਖਦੇ ਹਾਂ ਜੀ ਪੂਰਾ। ਜਦੋਂ ਆਪਾਂ ਕੋਈ ਭਾਸ਼ਾ ਲਿਖਣੀ ਹੋਵੇ ਉਦੋਂ ਤਾਂ ਵਿਆਕਰਣ ਦੇ ਨਿਯਮਾਂ ਦਾ ਖਿਆਲ ਰੱਖਿਆ ਜਾਂਦਾ ਹੈ। ਇਹਦਾ ਮਤਲਬ ਕੀ ਹੈ ਕਿ ਜੋ ਸਾਡਾ ਪੰਜਾਬੀ ਭਾਸ਼ਾ ਦਾ ਵਿਆਕਰਣ ਹੈ ਜੀ, ਉਹ ਲਿਖਤੀ ਭਾਸ਼ਾ ਦੇ ਅਨੁਸਾਰ ਹੈ, ਸਾਹਿਤਕ ਭਾਸ਼ਾ ਦੇ ਅਨੁਸਾਰ ਹੈ। ਜੋ ਪੰਜਾਬੀ ਦਾ ਵਿਆਕਰਣ ਹੈ, ਕਿਉਂਕਿ ਜੇ ਹੁੰਦਾ ਬੋਲਚਾਲ ਦੀ ਭਾਸ਼ਾ ਦੇ ਅਕੋਰਡਿੰਗ ਫਿਰ ਤਾਂ ਨਿੱਤ ਹੀ ਬਦਲਿਆ ਰਹਿਣਾ ਸੀਗਾ ਪੈਟਰਨ ਵਿਆਕਰਣ ਦਾ। ਵਿਆਕਰਣ ਦੀ ਇੱਕੋ ਹੀ ਪੁਸਤਕ, ਫਿਰ ਤਾਂ ਇੰਨੀਆਂ ਪੁਸਤਕਾਂ ਵੀ ਲਿਖਣ ਦੀ ਲੋੜ ਨਹੀਂ ਸੀ ਸਾਡੇ ਵਿਆਕਰਣਕਾਰਾਂ ਨੂੰ, ਕਿਉਂਕਿ ਫਿਰ ਉਹਨਾਂ ਨੂੰ ਪਤਾ ਸੀ ਵੀ ਇਹ ਤਾਂ ਬੋਲਚਾਲ ਦੀ ਭਾਸ਼ਾ ਦਾ ਨਿੱਤ ਹੀ ਸਾਡੇ ਲੋਕ ਨਵਾਂ ਕੋਈ ਨਾ ਕੋਈ ਸ਼ਬਦ ਕੱਢ ਮਾਰਦੇ ਆ, ਅਤੇ ਉਸ ਹਿਸਾਬ ਨਾਲ ਫਿਰ ਵਿਆਕਰਣ ਦੇ ਨਿਯਮ ਆ ਜਿਹੜੇ ਉਹ ਬਦਲਣੇ ਪੈਣੇ ਸੀਗੇ। ਵਿਆਕਰਣ ਦਾ ਪੈਟਰਨ ਚੇਂਜ ਕਰਨਾ ਸੀ। ਪਰ ਕੀ ਹੈ ਕਿ ਲਿਖਤੀ ਭਾਸ਼ਾ ਦੇ ਵਿੱਚ ਕੀ ਹੈ ਕਿ ਭਾਸ਼ਾ ਨੂੰ ਇੱਕ ਸਥਾਈ ਰੂਪ ਦੇ ਦਿੱਤਾ ਗਿਆ ਅਤੇ ਉਸ ਦੇ ਅਨੁਸਾਰ ਵਿਆਕਰਣ ਦੇ ਨਿਯਮ ਇੱਕ ਤਰ੍ਹਾਂ ਦੇ ਪੱਕੇ ਕਰ ਦਿੱਤੇ ਗਏ ਵੀ ਆਹ ਹੀ ਨਿਯਮ ਹੈ ਜੀ, ਇਹਨਾਂ ਦੇ ਅਨੁਸਾਰ ਹੀ ਤੁਸੀਂ ਭਾਸ਼ਾ ਲਿਖਣੀ ਹੈ। ਜਾਂ ਦੂਸਰੇ ਸ਼ਬਦਾਂ ਦੇ ਵਿੱਚ ਵੀ ਆਹ ਲਿਖਤੀ ਭਾਸ਼ਾ ਦਾ ਆਹ ਪੈਟਰਨ ਹੈ ਅਤੇ ਉਸ ਦੇ ਅਨੁਸਾਰ ਹੀ ਨਿਯਮ ਹੋਣੇ ਚਾਹੀਦੇ, ਕਿਉਂਕਿ ਭਾਸ਼ਾ ਪਹਿਲਾਂ ਹੈ, ਵਿਆਕਰਣ ਬਾਅਦ ਦੇ ਵਿੱਚ ਹੈ। ਭਾਸ਼ਾ ਜਨਮ ਪਹਿਲਾਂ ਲੈਂਦੀ ਹੈ, ਵਿਆਕਰਣ ਤਾਂ ਬਹੁਤ ਬਾਅਦ ਦੇ ਵਿੱਚ ਹੌਲੀ ਉਸ ਦੇ ਰੂਲ ਜਿਵੇਂ ਬੰਦਾ ਬਣਾਉਂਦਾ ਜਾਂਦਾ ਹੈ, ਉਵੇਂ ਵਿਆਕਰਣ ਦਾ ਮਤਲਬ ਸਰੂਪ ਸਾਡੇ ਸਾਹਮਣੇ ਆਉਂਦਾ ਹੈ। ਪਰ ਅਸਲ ਦੇ ਵਿੱਚ ਕੀ ਹੈ ਕਿ ਜੋ ਵਿਆਕਰਣ ਹੈ ਉਹ ਭਾਸ਼ਾ ਦੇ ਪਿੱਛੇ ਚੱਲਦਾ ਹੈ। ਭਾਸ਼ਾ ਦੇ ਚੱਲਣ ਦਾ ਜਿਹੜਾ ਭਾਸ਼ਾ ਦੇ ਚੱਲਣ ਦੀ ਗਤੀ ਆ ਉਹ ਅੱਗੇ ਹੈ, ਉਸ ਦਾ ਮਤਲਬ ਕਿ ਉਹ ਅੱਗੇ ਚੱਲੇਗੀ ਅਤੇ ਵਿਆਕਰਣ ਉਸ ਦੇ ਪਿੱਛੇ। ਕਹਿਣ ਦਾ ਮਤਲਬ ਕੀ ਹੈ ਕਿ ਜਿਵੇਂ ਜਿਹੜੇ ਰਾਹ ਭਾਸ਼ਾ ਜਾਵੇਗੀ, ਜਿਵੇਂ ਭਾਸ਼ਾ ਦੇ ਵਿੱਚ ਕੋਈ ਚੇਂਜ ਆਉਂਦਾ ਜਾਵੇਗਾ, ਉਵੇਂ ਵਿਆਕਰਣ ਦੇ ਨਿਯਮਾਂ ਦੇ ਵਿੱਚ ਵੀ ਚੇਂਜ ਆਉਂਦਾ ਜਾਵੇਗਾ। ਸੋ ਇਸੇ ਕਰਕੇ ਭਾਸ਼ਾ ਦੇ ਪ੍ਰਕਾਰਾਂ ਦੇ ਵਿੱਚ ਜੋ ਵਿਆਕਰਣ ਦੇ ਨਿਯਮ ਹੁੰਦੇ ਹਨ ਉਹ ਲਿਖਤੀ ਭਾਸ਼ਾ ਦੇ ਅਨੁਸਾਰ ਹੁੰਦੇ ਹਨ। ਇੱਥੇ ਆਪਾਂ ਗੱਲ ਕੀਤੀ ਹੈ ਜੀ ਵਿਆਕਰਣ ਦੇ ਨਿਯਮਾਂ ਦੀ। ਹੁਣ ਆਪਾਂ ਗੱਲ ਕਰਦੇ ਹਾਂ ਜੀ ਲਿਪੀ ਦੀ, ਕਿਉਂਕਿ ਹੁਣ ਆਪਾਂ ਭਾਸ਼ਾ ਨੂੰ ਦੇਣਾ ਹੈ ਲਿਖਤੀ ਰੂਪ। ਸੋ ਗੱਲ ਕਰਦੇ ਹਾਂ ਜੀ ਲਿਪੀ। ਕੀ ਲਿਪੀ ਦਾ ਕੋਈ ਸ਼ਾਬਦਿਕ ਅਰਥ ਬਣਦਾ ਹੈ ਜੀ? ਹਾਂ ਬਿਲਕੁਲ, ਲੇਪੀ ਹੋਈ, ਕਿਸੇ ਚੀਜ਼ ਦਾ ਲੇਪ ਕਰ ਦੇਣਾ, ਕੋਈ ਇਸ ਤਰ੍ਹਾਂ ਦਾ ਕੋਈ ਮਤਲਬ ਕੀ ਹੈ ਕਿ ਕੋਈ ਚਿੰਨ੍ਹ ਉਕੇਰ ਦੇਣਾ। ਲੇਪੀ ਹੋਈ, ਉਕੇਰੀ ਹੋਈ, ਲੇਪਣਾ ਉਕੇਰਨਾ ਇੱਕੋ ਹੀ ਗੱਲ ਹੈ, ਉਕੇਰੀ ਹੋਈ। ਸੋ ਇੱਥੇ ਕੀ ਹੈ ਕਿ ਕੋਈ ਮਤਲਬ ਕੀ ਹੈ ਕਿ ਕੋਈ ਚਿੰਨ੍ਹ ਉਕੇਰ ਦੇਣਾ। ਅੱਜ ਜਿਵੇਂ ਮੈਂ ਕੋਈ ਚਿੰਨ੍ਹ ਉਕੇਰ ਦਿੱਤਾ ਅਤੇ ਇਹ ਕੀ ਹੈ, ਇੱਕ ਅੱਖਰ ਜਾਂ ਵਰਨ ਸਾਡੇ ਸਾਹਮਣੇ ਆ ਗਿਆ। ਇਹ ਕੀ ਹੈ ਜੀ, ਪੰਜਾਬੀ ਭਾਸ਼ਾ ਦੀ ਸਹਿ ਧੁਨੀ ਦਾ ਲਿਪੀਬੱਧ ਰੂਪ ਹੈ, ਲਿਖਤ ਰੂਪ ਹੈ। ਸੋ ਇਸ ਤਰ੍ਹਾਂ ਕਰਕੇ ਹੁੰਦਾ ਹੈ ਜੀ। ਲਿਪੀ ਕਿਸੇ ਭਾਸ਼ਾ ਨੂੰ, ਇੱਕ ਤਾਂ ਜਦੋਂ ਆਪਾਂ ਕਿਸੇ ਵੀ ਭਾਸ਼ਾ ਦੀ ਗੱਲ ਕਰਦੇ ਹਾਂ, ਜੇ ਆਪਾਂ ਕਹੀਏ ਕਿ ਅਸੀਂ ਮਤਲਬ ਕੀ ਹੈ ਕਿ ਕਿਹੜੀ ਕਸੌਟੀ ਹੋਵੇ ਜਿਹਦੇ ਆਧਾਰ ਤੇ ਆਪਾਂ ਪਰਖ ਸਕੀਏ ਕਿ ਕੋਈ ਭਾਸ਼ਾ ਕਿੰਨੀ ਕੁ ਵਿਕਸਿਤ ਹੈ, ਉਹ ਕਸੌਟੀ ਹੈ ਲਿਪੀ। ਜੇ ਕਿਸੇ ਭਾਸ਼ਾ ਦੇ ਕੋਲ ਆਪਣੀ ਲਿਪੀ ਹੈ, ਆਪਣੀ ਪਰਸਨਲ ਸਕ੍ਰਿਪਟ ਹੈ, ਤਾਂ ਉਹ ਭਾਸ਼ਾ ਦੁਨੀਆ ਦੀਆਂ ਵਿਕਸਿਤ ਭਾਸ਼ਾਵਾਂ ਦੇ ਵਿੱਚ ਗਿਣੀ ਜਾਵੇਗੀ। ਸੋ ਇੱਕ ਨੰਬਰ ਹੈ ਜੀ ਗੱਲ, ਜੇ ਵਿਕਸਿਤ ਭਾਸ਼ਾ ਦੀ ਗੱਲ ਕਰੀਏ ਕਿ ਦੁਨੀਆ ਦੀ ਵਿਕਸਿਤ ਭਾਸ਼ਾ ਕਿਹੜੀ ਹੈ, ਉਹੀ ਭਾਸ਼ਾ ਹੈ ਜਿਹੜੀ ਭਾਸ਼ਾ ਕੋਲ ਆਪਣੀ ਲਿਪੀ ਹੈ, ਜਿਸ ਭਾਸ਼ਾ ਦੇ ਕੋਲੇ ਆਪਣਾ ਲਿਖਤ ਰੂਪ ਹੈ। ਮੌਖਿਕ ਤੋਂ ਲਿਖਤ ਰੂਪ ਵਿੱਚ, ਮੌਖਿਕ ਤੋਂ ਲਿਖਤ ਰੂਪ ਵਿੱਚ ਬਦਲਣਾ, ਭਾਸ਼ਾ ਨੂੰ ਮੌਖਿਕ ਤੋਂ ਲਿਖਤ ਰੂਪ ਵਿੱਚ ਬਦਲਦਾ ਕੌਣ ਬਦਲਦਾ ਹੈ ਜੀ? ਲਿਪੀ। ਲਿਪੀ ਕੀ ਹੈ ਜੀ? ਚਿੰਨ੍ਹਾਂ ਦਾ ਸਮੂਹ ਹੈ, ਚਿੰਨ੍ਹਾਂ ਦਾ ਸਮੂਹ। ਮਨੁੱਖ ਦੇ ਮੂੰਹ ਦੇ ਵਿੱਚੋਂ ਨਿਕਲੀਆਂ ਆਵਾਜ਼ਾਂ, ਉਹਨਾਂ ਨੂੰ ਕੀ ਕੀਤਾ, ਕੁਛ ਚਿੰਨ੍ਹਾਂ ਦਾ ਰੂਪ ਦੇ ਦਿੱਤਾ ਗਿਆ ਅਤੇ ਉਹਨਾਂ ਦਾ ਇੱਕ ਜਦੋਂ ਸਮੂਹ ਬਣਾਇਆ ਗਿਆ, ਉਹਦਾ ਨਾਮ ਬਣ ਗਿਆ ਜੀ ਲਿਪੀ। ਸੋ ਇੱਥੇ ਆਪਾਂ ਗੱਲ ਕਰ ਰਹੇ ਹਾਂ ਜੀ ਲਿਪੀ ਦੀ, ਜੋ ਕਿ ਇੱਕ ਚਿੰਨ੍ਹਾਂ ਦਾ ਸਮੂਹ ਹੈ। ਮਤਲਬ ਭਾਸ਼ਾ ਨੂੰ ਲਿਖਤੀ ਰੂਪ ਵਿੱਚ ਪ੍ਰਗਟ ਕਰਨ ਲਈ
ਵਰਤੇ ਗਏ ਕੁਝ ਚਿੰਨ੍ਹ ਹਨ, ਉਹਨਾਂ ਦਾ ਸਮੂਹ ਹੈ। ਭਾਸ਼ਾ ਨੂੰ ਲਿਖਤੀ ਰੂਪ ਵਿੱਚ ਪ੍ਰਗਟ ਕਰਨ ਲਈ, ਲਿਖਤੀ ਰੂਪ ਵਿੱਚ ਪ੍ਰਗਟ ਕਰਨਾ ਹੈ। ਜਦੋਂ ਭਾਸ਼ਾ ਨੂੰ ਆਪਾਂ ਕਿਸੇ ਭਾਸ਼ਾ ਦੇ ਮੌਖਿਕ ਰੂਪ ਨੂੰ ਜਦੋਂ ਆਪਾਂ ਲਿਖਤੀ ਰੂਪ ਦੇ ਵਿੱਚ ਪ੍ਰਗਟ ਕਰਨਾ ਹੈ ਤਾਂ ਉਸ ਵਾਸਤੇ ਕੁਝ ਚਿੰਨ੍ਹ ਵਰਤੇ ਜਾਂਦੇ ਹਨ, ਜਿਨ੍ਹਾਂ ਦੇ ਸਮੂਹ ਨੂੰ ਕਿਹਾ ਜਾਂਦਾ ਹੈ ਜੀ ਲਿਪੀ। ਇਹ ਜੀ ਆਪਾਂ ਹੁਣ ਲਿਖਤ ਭਾਸ਼ਾ ਦੀ ਗੱਲ ਕੀਤੀ ਹੈ। ਹੁਣ ਆਪਾਂ ਗੱਲ ਕਰਦੇ ਹਾਂ ਦੋਸਤੋ ਵਿਆਕਰਣ ਦੀ। ਕਥਾਨਕ ਵਿਆਕਰਣ ਸਮਝੇ ਤੋ ਸੁਰਬਿਤ ਛੰਦ ਹੋ ਜਾਏ। ਉਹ ਜਿਹੜੇ ਵਿਆਕਰਣ ਦੀ ਗੱਲ ਕਰਦੇ ਹਾਂ ਜੀ। ਗੱਲ ਕਰੀਏ ਦੋਸਤੋ ਵਿਆਕਰਣ ਦੀ, ਪੰਜਾਬੀ ਭਾਸ਼ਾ ਦੇ ਵਿਆਕਰਣ ਦੀ। ਹਰ ਕੋਈ ਜੋ ਇੱਕ ਸਾਹਿਤਕ ਭਾਸ਼ਾ ਹੁੰਦੀ ਹੈ ਉਹਦਾ ਆਪਦਾ ਇੱਕ ਵਿਆਕਰਣ ਹੁੰਦਾ ਹੈ। ਇੱਕ ਭਾਸ਼ਾ ਜੋ ਹੈ ਵਿਆਕਰਣ ਦੇ ਨਿਯਮਾਂ ਦੇ ਵਿੱਚ ਬੱਝੀ ਰਹਿੰਦੀ ਹੈ। ਸੋ ਇੱਥੇ ਕੀ ਹੈ, ਜੋ ਪੰਜਾਬੀ ਸਾਡੀ ਭਾਸ਼ਾ ਹੈ ਉਸ ਦੇ ਵਿਆਕਰਣ ਸੰਬੰਧੀ ਜੋ ਆਪਾਂ ਪੜ੍ਹਾਂਗੇ ਉਹਦੇ ਬਾਰੇ ਆਪਾਂ ਵਿਚਾਰ ਚਰਚਾ ਕਰਦੇ ਹਾਂ। ਉਸ ਤੋਂ ਪਹਿਲਾਂ ਆਪਾਂ ਇੱਕ ਗੱਲ ਹੋਰ ਕਰ ਲਈਏ ਕਿ ਵਿਆਕਰਣ ਹੈ ਜਿਹੜਾ ਉਹ ਆਪਾਂ ਭਾਸ਼ਾ ਦੇ ਕਿਹੜੇ ਰੂਪ ਦਾ ਪੜ੍ਹਦੇ ਹਾਂ, ਕਿਉਂਕਿ ਭਾਸ਼ਾ ਦੇ ਪ੍ਰਕਾਰ ਹੈ ਜਿਹੜੇ ਉਹ ਸਾਡੇ ਸਾਹਮਣੇ ਦੋ ਆ ਗਏ ਸੀ, ਇੱਕ ਤਾਂ ਮੌਖਿਕ, ਇੱਕ ਲਿਖਿਤ। ਅੱਛਾ, ਆਪਣੀ ਇੱਥੇ ਗੱਲ ਹੋ ਗਈ ਸੀ ਕਿ ਜੋ ਸਾਹਿਤਕ ਭਾਸ਼ਾ ਦਾ ਰੂਪ ਹੁੰਦਾ ਹੈ, ਜੋ ਵਿਆਕਰਣ ਹੈ ਜਿਹੜਾ ਵਿਆਕਰਣ ਦੇ ਨਿਯਮ ਹਨ ਉਹ ਪੰਜਾਬੀ ਭਾਸ਼ਾ ਦੇ ਸਾਹਿਤਕ ਜੋ ਰੂਪ ਹੈ ਉਸ ਦੇ ਅਨੁਸਾਰ ਹੈ। ਠੀਕ ਹੈ ਜੀ, ਗੱਲ ਹੋ ਗਈ। ਹੁਣ ਅੱਗੇ ਕੀ ਹੈ ਕਿ ਪੰਜਾਬੀ ਭਾਸ਼ਾ ਦੀਆਂ ਉਪ ਬੋਲੀਆਂ ਬਹੁਤ ਨੇ। ਪੰਜਾਬੀ ਦੀਆਂ ਉਪ ਬੋਲੀਆਂ ਬਹੁਤ ਨੇ ਜੀ। ਉਪ ਬੋਲੀਆਂ ਦਾ ਮੈਂ ਜ਼ਿਕਰ ਕੀਤਾ ਸੀ, ਕਿਹੜੀਆਂ ਕਿਹੜੀਆਂ ਨੇ, ਜਿਵੇਂ ਕਿ ਮਾਝੀ, ਮਲਵਈ, ਦੁਆਬੀ, ਪੁਆਧੀ, ਇੱਥੇ ਕੀ ਹੈ ਕਿ ਪੰਜਾਬੀ ਦੀਆਂ ਇੰਨੀਆਂ ਉਪ ਬੋਲੀਆਂ ਆ ਗਈਆਂ। ਹੁਣ ਇੱਕ ਤਾਂ ਕੋਈ ਉਪ ਬੋਲੀ ਤਾਂ ਚੁਣਨੀ ਪਏਗੀ ਜਿਹਦੇ ਆਧਾਰ 'ਤੇ ਸਾਡਾ ਵਿਆਕਰਣ ਹੋਵੇਗਾ, ਉਹ ਹੈ ਜੀ ਸਾਡੀ ਮਾਝੀ ਉਪ ਬੋਲੀ। ਕਾਰਨ ਕੀ ਹੈ ਕਿ ਜਿਹੜੀਆਂ ਉਪ ਬੋਲੀਆਂ ਭੂਗੋਲਿਕ ਵੰਡ ਦੇ ਅਨੁਸਾਰ ਅਲੱਗ-ਅਲੱਗ ਹੋ ਗਈਆਂ, ਥੋੜ੍ਹੇ ਬਹੁਤੇ ਫਰਕ ਦੇ ਨਾਲ, ਥੋੜ੍ਹੇ ਬਹੁਤੇ ਬੋਲਣ ਦੇ ਫਰਕ ਦੇ ਨਾਲ ਇੱਕ ਪੰਜਾਬੀ ਭਾਸ਼ਾ ਦੀਆਂ ਅੱਗੇ ਥੋੜ੍ਹੀਆਂ ਜਿਹੀਆਂ ਉਪ ਬੋਲੀਆਂ ਬਣ ਗਈਆਂ। ਹੁਣ ਦਿੱਕਤ ਕੀ ਆ ਗਈ ਕਿ ਇਹਨਾਂ ਦੇ ਵਿੱਚੋਂ ਕਿਹੜਾ ਰੂਪ ਚੁਣੀਏ ਜਿਹਦੇ ਅਨੁਸਾਰ ਵਿਆਕਰਣ ਤਿਆਰ ਕੀਤਾ ਜਾ ਸਕੇ। ਇਹ ਵੀ ਦਿੱਕਤ ਹੈ ਨਾ ਕਿ ਪੰਜਾਬੀ ਭਾਸ਼ਾ ਦੀ ਕਿਹੜੀ ਉਪ ਬੋਲੀ ਹੋਵੇ। ਉਹ ਹੈ ਜੀ ਮਾਝੀ ਉਪ ਬੋਲੀ। ਕਾਰਨ ਕੀ ਹੈ, ਕਿਉਂਕਿ ਮਾਝੀ ਉਪ ਬੋਲੀ ਦੇ ਵਿੱਚ ਮਲਵਈ, ਦੁਆਬੀ, ਪੁਆਧੀ ਜਾਂ ਹੋਰ ਵੀ ਜੋ ਪੰਜਾਬੀ ਦੀਆਂ ਉਪ ਬੋਲੀਆਂ ਹਨ ਉਹਨਾਂ ਵਾਲੇ ਸਾਰੇ ਗੁਣ ਨੇ ਮਾਝੀ ਉਪ ਬੋਲੀ ਦੇ ਵਿੱਚ। ਇਸ ਕਰਕੇ ਮਾਝੀ ਨੂੰ, ਜਿਹੜੀ ਮਾਝੀ ਉਪ ਬੋਲੀ ਹੈ, ਜੋ ਸਾਡੀ ਮਾਝੀ ਉਪ ਬੋਲੀ ਹੈ, ਮਾਝੀ ਉਪ ਬੋਲੀ ਨੂੰ ਪੰਜਾਬੀ ਦਾ ਸਟੈਂਡਰਡ ਰੂਪ, ਮਿਆਰੀ ਰੂਪ, ਪੰਜਾਬੀ ਭਾਸ਼ਾ ਦਾ ਸਟੈਂਡਰਡ ਰੂਪ ਸਵੀਕਾਰਿਆ ਗਿਆ ਹੈ। ਸਟੈਂਡਰਡ ਰੂਪ, ਸਟੈਂਡਰਡ ਭਾਸ਼ਾ ਦਾ ਸਟੈਂਡਰਡ ਰੂਪ ਉਹ ਹੁੰਦਾ ਹੈ ਜਿਸ ਦੀ ਕੋਈ ਗ੍ਰਾਮਰ ਹੋਵੇ, ਜਿਸ ਦਾ ਕੋਈ ਵਿਆਕਰਣ ਹੋਵੇ। ਸੋ ਉਹ ਕਿਸ ਦਾ ਹੈ? ਮਾਝੀ ਉਪ ਬੋਲੀ। ਮਾਝੀ ਉਪ ਬੋਲੀ ਪੰਜਾਬੀ ਦਾ ਸਟੈਂਡਰਡ ਰੂਪ ਸਵੀਕਾਰੀ ਗਈ ਹੈ, ਸਵੀਕਾਰੀ ਗਈ ਹੈ। ਠੀਕ ਹੈ ਜੀ। ਸੋ ਇੱਥੇ ਯਾਦ ਰੱਖਣ ਯੋਗ ਗੱਲ ਹੈ ਜੀ ਕਿ ਜਿਹੜਾ ਸਾਡੀ ਪੰਜਾਬੀ ਭਾਸ਼ਾ ਦਾ ਵਿਆਕਰਣ ਹੈ ਉਹ ਕਿਹੜੀ ਉਪ ਬੋਲੀ ਦੇ ਉੱਪਰ ਆਧਾਰਿਤ ਹੈ? ਮਾਝੀ। ਹਾਲਾਂਕਿ ਨਿਰਾ ਪੂਰਾ ਮਾਝੀ ਦੇ ਉੱਪਰ ਆਧਾਰਿਤ ਨਹੀਂ ਹੈ। ਉਸ ਦੇ ਵਿੱਚ ਕੀ ਹੈ ਕਿ ਇਹਨਾਂ ਸਾਰੀਆਂ ਮਤਲਬ ਕੀ ਹੈ, ਇਹਨਾਂ ਸਾਰੀਆਂ ਉਪ ਬੋਲੀਆਂ ਦਾ ਇਸ ਮਾਝੀ ਭਾਸ਼ਾ ਦੇ ਵਿੱਚ ਇੱਕ ਸਰਬ ਸਾਂਝੀਵਾਲਤਾ ਜੀ ਹੈ। ਇਹਨਾਂ ਦੇ ਸਾਰੀਆਂ ਉਪ ਬੋਲੀਆਂ ਦੇ ਦੂਜੀਆਂ ਦੇ ਥੋੜ੍ਹੇ ਥੋੜ੍ਹੇ ਗੁਣ ਮਾਝੀ ਦੇ ਵਿੱਚ ਮੌਜੂਦ ਨੇ। ਸੋ ਇਸ ਦੇ ਸਟੈਂਡਰਡ ਨੂੰ ਸੋਧ ਕੇ ਇੱਕ ਇਸ ਦੇ ਰੂਪ ਨੂੰ ਸਟੈਂਡਰਡ ਰੂਪ ਤਿਆਰ ਕੀਤਾ ਗਿਆ ਅਤੇ ਉਸ ਦੇ ਆਧਾਰ ਦੇ ਉੱਪਰ ਪੰਜਾਬੀ ਭਾਸ਼ਾ ਦਾ ਜਿਹੜਾ ਵਿਆਕਰਣ ਹੈ ਉਹ ਤਿਆਰ ਕੀਤਾ ਗਿਆ। ਇਹ ਯਾਦ ਰੱਖਣ ਗੱਲ ਯੋਗ ਹੈ ਕਿ ਮਾਝੀ ਉਪ ਬੋਲੀ ਹੈ ਜਿਹੜੀ, ਉਸ ਦੇ ਆਧਾਰ 'ਤੇ ਸਾਡਾ ਪੰਜਾਬੀ ਦਾ ਵਿਆਕਰਣ ਹੁੰਦਾ ਹੈ। ਸੋ ਆਪਾਂ ਅੱਗੇ ਗੱਲ ਕਰਦੇ ਹਾਂ ਜੀ ਭਾਸ਼ਾ ਦੇ ਟਕਸਾਲੀ ਰੂਪ ਦੀ। ਆਪਾਂ ਗੱਲ ਕਰੀਏ ਜੀ, ਕਿਉਂਕਿ ਹੁਣ ਟਕਸਾਲੀ ਰੂਪ ਜਿਹੜਾ ਉਸ ਦੇ ਆਧਾਰ 'ਤੇ ਹੀ ਸਾਡਾ ਵਿਆਕਰਣ ਹੁੰਦਾ ਹੈ ਕਿ ਟਕਸਾਲੀ ਰੂਪ ਕਿਹੜਾ ਹੈ ਕਿਸੇ ਭਾਸ਼ਾ ਦਾ। ਟਕਸਾਲੀ ਰੂਪ ਮੈਂ ਜਿਵੇਂ ਗੱਲ ਕੀਤੀ ਸੀ, ਟਕਸਾਲੀ ਰੂਪ ਜਾਂ ਸਟੈਂਡਰਡ ਰੂਪ ਉਹ ਕਿਹੜੀ ਹੈ ਜੀ ਸਾਡੀ? ਉਹ ਮਾਝੀ ਨੂੰ ਸਵੀਕਾਰ ਕਰ ਲਿਆ ਗਿਆ ਹੈ ਅੰਤਮ ਰੂਪ ਦੇ ਵਿੱਚ। ਹਾਲਾਂਕਿ ਇਹ ਬਦਲਦਾ ਰਹਿੰਦਾ ਹੈ। ਜੋ ਇਹ ਜਿਹੜਾ ਉਪ ਬੋਲੀਆਂ ਵਾਲਾ ਜਿਹੜਾ ਸਟੈਂਡਰਡ ਰੂਪ ਹੈ ਉਹ ਬਦਲਦਾ ਰਹਿੰਦਾ। ਕੋਈ ਸਮਾਂ ਸੀ ਜਦੋਂ ਮਲਵਈ ਉਪ ਬੋਲੀ ਦੇ ਆਧਾਰ 'ਤੇ ਸਾਹਿਤਕ ਰਚਨਾ ਹੁੰਦੀ ਸੀ ਵਿਆਕਰਣ ਦੇ ਅਨੁਸਾਰ,
ਜਦੋਂ ਕੋਈ ਸਮਾਂ ਹੁੰਦਾ ਸੀ ਜਦੋਂ ਪੰਜਾਬੀ ਭਾਸ਼ਾ ਦਾ ਜਿਹੜਾ ਵਿਆਕਰਣ ਹੈ ਉਹ ਮਲਵਈ ਬੋਲੀ ਦੇ ਉੱਪਰ ਜਾਂ ਸਾਹਿਤਕ ਰਚਨਾ ਜਿਹੜੀ ਉਹ ਉਸ ਉੱਪਰ ਆਧਾਰਿਤ ਸੀ। ਪਰ ਹੁਣ ਥੋੜ੍ਹਾ ਜਿਹਾ ਕੀ ਹੈ ਕਿ ਮਾਝੀ ਦੇ ਵਿੱਚ ਥੋੜ੍ਹੀਆਂ ਜਿਹੀਆਂ ਜ਼ਿਆਦਾ ਮਤਲਬ ਸਾਹਿਤਕ ਰਚਨਾਵਾਂ ਹੋ ਗਈਆਂ ਅਤੇ ਥੋੜ੍ਹਾ ਜਿਹਾ ਮਤਲਬ ਇਸ ਦਾ ਸਵਰੂਪ ਜਿਵੇਂ ਕਿ ਸਮਾਚਾਰ ਪੱਤਰਾਂ ਦੇ ਵਿੱਚ ਵੀ ਥੋੜ੍ਹਾ ਜਿਹਾ ਇਹਦਾ ਰੂਪ ਪ੍ਰਗਟ ਹੋਣ ਲੱਗ ਗਿਆ, ਅਖਬਾਰਾਂ ਦੇ ਵਿੱਚ, ਅਤੇ ਜੋ ਲਿਖਤੀ ਭਾਸ਼ਾ ਦੇ ਤੌਰ 'ਤੇ ਇਹ ਮਤਲਬ ਕੀ ਆ ਮਾਝੀ ਉਪਬੋਲੀ ਹੈ ਜਿਹੜੀ ਉਹ ਉੱਭਰ ਕੇ ਸਾਹਮਣੇ ਆਈ। ਇਸ ਕਰਕੇ ਇਹਨੂੰ ਟਕਸਾਲੀ ਭਾਸ਼ਾ ਦੇ ਰੂਪ ਵਿੱਚ ਸਵੀਕਾਰ ਕੀਤਾ ਗਿਆ। ਹੋਰ ਕੋਈ ਦਿੱਕਤ ਨਹੀਂ ਹੈ। ਇਹਦਾ ਮਤਲਬ ਇਹ ਨਹੀਂ ਕਿ ਦੂਜੀਆਂ ਉਪਬੋਲੀਆਂ ਨੇ ਉਹ ਮਤਲਬ ਕਿਸੇ ਕੰਮ ਦੀਆਂ ਨਹੀਂ, ਇਸ ਤਰ੍ਹਾਂ ਨਹੀਂ ਹੈ। ਉਹਨਾਂ ਦਾ ਵੀ ਨਾਲ ਮੇਲ ਹੈ ਕਿਉਂਕਿ ਮਾਝੀ ਦੇ ਵਿੱਚ ਸਾਰੀਆਂ ਉਹਨਾਂ ਦਾ ਥੋੜ੍ਹਾ ਥੋੜ੍ਹਾ ਰੂਪ ਹੈ ਜਿਹੜਾ ਉਹ ਮਾਝੀ ਦੇ ਵਿੱਚ ਪਾਇਆ ਜਾਂਦਾ ਹੈ ਦੂਜੀਆਂ ਉਪਬੋਲੀਆਂ ਦਾ। ਟਕਸਾਲੀ ਭਾਸ਼ਾ ਨੂੰ ਹੋਰ ਕੀ ਕਿਹਾ ਜਾਂਦਾ ਹੈ? ਸਟੈਂਡਰਡ ਭਾਸ਼ਾ, ਭਾਸ਼ਾ ਦਾ ਸਟੈਂਡਰਡ ਰੂਪ, ਸਟੈਂਡਰਡ। ਮਿਆਰੀ ਭਾਸ਼ਾ, ਮਿਆਰੀ ਭਾਸ਼ਾ। ਇੰਨੇ ਨਾਮ ਕਿਤੇ ਤੁਹਾਨੂੰ ਲਿਖੇ ਆ ਜਾਣ ਤੇ ਬਸ ਤੁਸੀਂ ਇੱਕੋ ਹੀ ਸ਼ਬਦ ਸਮਝਣਾ ਇਸ ਨੂੰ। ਟਕਸਾਲੀ ਆ ਜੇ ਭਾਵੇਂ ਭਾਸ਼ਾ ਜਾਂ ਸਟੈਂਡਰਡ ਜਾਂ ਮਿਆਰੀ ਭਾਸ਼ਾ, ਸਾਹਿਤਕ ਭਾਸ਼ਾ। ਸਾਹਿਤਕ ਭਾਸ਼ਾ ਮਿਆਰੀ ਦਾ ਮਤਲਬ ਹੁੰਦਾ ਹੈ ਸਟੈਂਡਰਡ ਹੀ ਹੁੰਦਾ ਹੈ, ਪੱਧਰ, ਲੈਵਲ ਜਿਹਨੂੰ ਕਹਿ ਦਿੰਦੇ ਹਾਂ ਅਸੀਂ, ਪੱਧਰ ਜਾਂ ਲੈਵਲ, ਦਰਜਾ ਵੀ ਕਹਿ ਦਿੰਦੇ ਹਾਂ ਕਈ ਵਾਰੀ। ਇਹ ਸਾਰੇ ਸਮਾਨਾਰਥੀ ਸ਼ਬਦ ਨੇ। ਮਿਆਰ, ਸਟੈਂਡਰਡ, ਪੱਧਰ, ਲੈਵਲ, ਦਰਜਾ। ਅਤੇ ਉਸ ਦਾ ਟਕਸਾਲੀ ਰੂਪ ਸਟੈਂਡਰਡ, ਮਿਆਰੀ ਭਾਸ਼ਾ, ਸਾਹਿਤਕ ਭਾਸ਼ਾ। ਜਿਹੜੀ ਭਾਸ਼ਾ ਸਾਹਿਤਕ ਕਿਸ ਭਾਸ਼ਾ ਦੇ ਵਿੱਚ ਹੁੰਦਾ ਹੈ? ਲਿਖਤ ਦੇ ਰੂਪ ਵਿੱਚ। ਸੋ ਇੱਥੇ ਕੀ ਹੈ? ਲਿਖਤੀ ਭਾਸ਼ਾ। ਇਹ ਸਾਰੇ ਜੋ ਸਾਡੀ ਅਸੀਂ ਜਿਹੜੀ ਭਾਸ਼ਾ ਦਾ ਵਿਆਕਰਣ ਪੜ੍ਹਨਾ ਹੈ ਇਸ ਮੌਕੇ, ਉਹ ਭਾਸ਼ਾਵਾਂ ਦੇ ਨਾਮ ਕੀ ਨੇ? ਟਕਸਾਲੀ ਭਾਸ਼ਾ ਕਹਿ ਦਿੰਦੇ ਆ ਉਹਨੂੰ, ਸਟੈਂਡਰਡ ਕਹਿ ਦਿੰਦੇ ਆ, ਮਿਆਰੀ ਭਾਸ਼ਾ ਕਹਿ ਦਿੰਦੇ ਆ ਉਹਨੂੰ, ਸਾਹਿਤਕ ਭਾਸ਼ਾ ਜਿਹਨੂੰ ਕਹਿ ਦਿੰਦੇ ਆ, ਲਿਖਤੀ ਭਾਸ਼ਾ ਵੀ ਕਈ ਵਾਰੀ ਕਹਿ ਦਿੱਤਾ ਜਾਂਦਾ ਹੈ। ਇਸ ਦੀ ਸ਼ਬਦਾਵਲੀ ਹੈ ਜਿਹੜੀ ਜੋ ਉਹ ਕੀ ਹੈ? ਇਹਦੀ ਜਿਹੜੀ ਟਕਸਾਲੀ ਭਾਸ਼ਾ ਦੀ ਜੋ ਸ਼ਬਦਾਵਲੀ ਹੈ ਉਹ ਵਿਆਕਰਣ ਦੇ ਅਨੁਸਾਰ ਹੁੰਦੀ ਹੈ। ਸ਼ਬਦਾਵਲੀ, ਸ਼ਬਦਾਵਲੀ ਵਿਆਕਰਣ ਅਨੁਸਾਰ, ਵਿਆਕਰਣ ਅਨੁਸਾਰ ਜਿੰਨੀਆਂ ਵੀ ਸਾਹਿਤਕ ਰਚਨਾਵਾਂ ਜੋ ਸਮਾਚਾਰ ਪੱਤਰ ਦੇ ਵਿੱਚ ਜਿਹੜੀ ਭਾਸ਼ਾ ਹੋਵੇਗੀ ਉਹ ਟਕਸਾਲੀ ਹੋਵੇਗੀ। ਸਰਕਾਰੀ ਕੰਮਕਾਜ ਕਿਹੜੀ ਭਾਸ਼ਾ ਦੇ ਵਿੱਚ ਹੋਣਗੇ? ਟਕਸਾਲੀ ਭਾਸ਼ਾ ਦੇ ਵਿੱਚ ਹੋਣਗੇ। ਸਰਕਾਰੀ ਕੰਮਕਾਜ, ਵਿੱਦਿਆ ਸਕੂਲਾਂ ਦੇ ਵਿੱਚ ਪੜ੍ਹਾਈ ਜਾਵੇਗੀ ਜੋ ਪੰਜਾਬ ਦੇ ਸਕੂਲਾਂ ਦੇ ਵਿੱਚ ਉਹ ਪੰਜਾਬੀ ਦੇ ਟਕਸਾਲੀ ਰੂਪ ਦੇ ਉੱਪਰ ਆਧਾਰਿਤ ਹੁੰਦਾ ਹੈ। ਜੋ ਵੀ ਸਾਰਾ ਪੈਟਰਨ ਵਿੱਦਿਆ ਦਾ ਜੋ ਵੀ ਸਿਲੇਬਸ ਵਗੈਰਾ ਹੁੰਦਾ, ਜੋ ਵੀ ਵਿਆਕਰਣ ਵਗੈਰਾ। ਸਰਕਾਰੀ ਕੰਮਕਾਜ, ਵਿੱਦਿਆ, ਅਖਬਾਰਾਂ ਦੇ ਵਿੱਚ ਜੋ ਭਾਸ਼ਾ ਹੋਵੇਗੀ, ਸਮਾਚਾਰਾਂ ਦੇ ਵਿੱਚ, ਇਹ ਸਾਰਿਆਂ ਦੇ ਵਿੱਚ ਜੋ ਭਾਸ਼ਾ ਦਾ ਆਧਾਰ ਹੋਵੇਗਾ ਉਹ ਕੀ ਹੋਵੇਗਾ? ਜੋ ਭਾਸ਼ਾ ਦਾ ਰੂਪ ਹੋਵੇਗਾ ਉਹ ਟਕਸਾਲੀ ਰੂਪ ਹੋਵੇਗਾ, ਸਟੈਂਡਰਡ ਰੂਪ ਹੋਵੇਗਾ, ਮਿਆਰੀ ਰੂਪ ਹੋਵੇਗਾ, ਸਾਹਿਤਕ ਰੂਪ ਹੋਵੇਗਾ, ਜਾਂ ਜਿਸ ਨੂੰ ਕਹਿ ਦਿੰਦੇ ਹਾਂ ਲਿਖਤੀ ਰੂਪ ਜਿਹਨੂੰ ਕਹਿ ਦਿੰਦੇ ਹਾਂ। ਇਹ ਜੀ ਸਾਡੀ ਟਕਸਾਲੀ ਭਾਸ਼ਾ ਦੀ ਆਪਾਂ ਗੱਲ ਕੀਤੀ ਹੈ। ਅਤੇ ਜੋ ਵਿਆਕਰਣ ਹੈ ਉਹ ਸਾਡਾ ਇਸੇ ਦੇ ਅਨੁਸਾਰ ਹੀ ਹੋਵੇਗਾ। ਵਿਆਕਰਣ ਟਕਸਾਲੀ ਭਾਸ਼ਾ ਦੇ ਅਨੁਸਾਰ ਹੀ ਆਪਾਂ ਵਿਆਕਰਣ ਨੂੰ ਪੜ੍ਹਾਂਗੇ ਜੀ। ਹੁਣ ਆਪਾਂ ਗੱਲ ਕਰਦੇ ਹਾਂ ਜੀ, ਆਪਾਂ ਜਿਵੇਂ ਗੱਲ ਕੀਤੀ ਸੀ ਕਿ ਭਾਸ਼ਾ ਦੇ ਅੰਗ ਹਨ ਜੀ 4। ਠੀਕ ਹੈ ਜੀ, ਭਾਸ਼ਾ ਦੇ ਅੰਗ ਹਨ 4 ਜੀ। ਸਾਡੀ ਜਿਹੜੀ ਭਾਸ਼ਾ ਹੈ ਪੰਜਾਬੀ, ਉਹਦੀ ਲਿਪੀ ਹੈ ਗੁਰਮੁਖੀ, ਉਸ ਦਾ ਨਾਮ ਹੈ ਜੀ ਗੁਰਮੁਖੀ। ਸੋ ਭਾਸ਼ਾ ਦੇ ਅੰਗਾਂ ਦੀ ਆਪਾਂ ਗੱਲ ਕੀਤੀ ਸੀ। ਭਾਸ਼ਾ ਦੇ ਅੰਗ ਇਹ ਹਨ ਜੀ 4। ਠੀਕ ਹੈ ਜੀ। ਵਿਆਕਰਣ ਦੇ ਅੰਗ ਇੱਧਰ, ਭਾਸ਼ਾ ਦੇ ਅੰਗ ਹਨ ਜੀ ਧੁਨੀ, ਸ਼ਬਦ, ਵਾਕ, ਅਰਥ। ਠੀਕ ਹੈ ਜੀ। ਹੁਣ ਅੱਗੇ ਕੀ ਹੈ ਕਿ ਜਦੋਂ ਆਪਾਂ ਵਿਆਕਰਣ ਦੇ ਅੰਗਾਂ ਦੀ ਗੱਲ ਕਰਦੇ ਹਾਂ ਤਾਂ ਇੱਥੇ ਸਾਡੇ ਵਿਆਕਰਣਕਾਰਾਂ ਨੇ ਕੋਈ ਥੋੜ੍ਹੀ ਜਿਹੀ ਮਤਲਬ ਕੀ ਹੈ ਕਿ ਇਸ ਦੇ ਬਾਰੇ ਕਲੀਅਰਟੀ ਨਹੀਂ ਕੀਤੀ ਵੀ ਐਕਚੁਅਲੀ ਦੇ ਵਿੱਚ ਹੈ ਕੀ ਆ। ਪਰ ਇੱਥੇ ਆਪਾਂ ਕੋਸ਼ਿਸ਼ ਕਰਦੇ ਹਾਂ ਕਿ ਵਿਆਕਰਣ ਦੇ ਅੰਗ ਕਿੰਨੇ ਬਣਦੇ ਹਨ। ਵਿਆਕਰਣ ਦੇ ਅੰਗ ਵੀ 4 ਹੀ ਹਨ। ਇਸ ਤਰ੍ਹਾਂ ਦਾ ਕੋਈ ਅਗਰ ਪ੍ਰਸ਼ਨ ਆ ਜੇ, ਵਿਆਕਰਣ ਦੇ ਅੰਗ 4 ਹੀ ਹਨ।
ਸਭ ਤੋਂ ਪਹਿਲਾਂ ਜਿਵੇਂ ਕਿ ਭਾਸ਼ਾ ਦਾ ਅੰਗ ਹੈ, ਸੋ ਕੀ ਹੈ ਵਿਆਕਰਣ ਦੇ ਵਿੱਚ ਆਪਾਂ ਐਕਚੁਅਲੀ ਦੇ ਵਿੱਚ ਕੀ ਕਰਦੇ ਆ ਕਿ ਭਾਸ਼ਾ ਦੇ ਜੋ ਅੰਗ ਹਨ ਆਪਾਂ ਇਹਨਾਂ ਨੂੰ ਆਪਾਂ ਵੇਖੀਏ, ਜੇਕਰ ਗੌਰ ਦੇ ਨਾਲ, ਜੇਕਰ ਧਿਆਨ ਦੇ ਨਾਲ ਆਪਾਂ ਇਹਨਾਂ ਨੂੰ ਵੇਖੀਏ ਤਾਂ ਇਹਨਾਂ ਦੇ ਪਿੱਛੇ ਕੋਈ ਨਿਯਮ ਕੰਮ ਕਰ ਰਹੇ ਆ ਕਿ ਧੁਨੀ ਹੈ ਜਿਹੜੀ ਉਹ ਕਿਵੇਂ ਕੰਮ ਕਰ ਰਹੀ ਹੈ, ਉਹਦੇ ਕੁਝ ਨਿਯਮ ਨੇ। ਸ਼ਬਦ ਹੈ ਜਿਹੜੇ ਉਹ ਕਿਵੇਂ ਬਣ ਰਹੇ ਨੇ, ਉਹਦੇ ਵੀ ਕੁਝ ਰੂਲਸ ਨੇ। ਵਾਕ ਸਾਡੇ ਸਾਹਮਣੇ, ਵਾਕ ਕਿਵੇਂ ਪੈਦਾ ਹੋ ਰਹੇ ਨੇ, ਵਾਕਾਂ ਦੀ ਬਣਤਰ ਕੀ ਹੈ, ਵਾਕ ਰਚਨਾ ਕਿਵੇਂ ਹੋ ਰਹੀ ਹੈ, ਉਹਦੇ ਮਗਰ ਵੀ ਕੁਝ ਰੂਲਸ ਨੇ। ਸੋ ਇਹਨਾਂ ਦੇ ਜੋ ਰੂਲਸ ਹਨ, ਉਹ ਜੋ ਕੰਮ ਕਰ ਰਹੇ ਰੂਲਸ ਹਨ, ਉਹਨਾਂ ਰੂਲਾਂ ਦੇ, ਉਹਨਾਂ ਰੂਲਸ ਦੇ, ਉਹਨਾਂ ਨਿਯਮਾਂ ਦੇ ਸਮੂਹ ਨੂੰ ਕਿਹਾ ਜਾਂਦਾ ਹੈ ਵਿਆਕਰਣ। ਸੋ ਕੀ ਹੈ ਕਿ ਕਿਸੇ ਭਾਸ਼ਾ ਦੇ ਜੋ ਅੰਗ ਹੁੰਦੇ ਹਨ ਉਹਨਾਂ ਨੂੰ ਵਾਚਣਾ, ਉਹਨਾਂ ਦੀ ਪੜਚੋਲ ਕਰਨੀ, ਉਹਨਾਂ ਦੀ ਸਮਾਲੋਚਨਾ ਕਰਨੀ, ਉਹਨਾਂ ਦੀ ਪੁੱਛ ਪੜਤਾਲ ਕਰਨੀ, ਉਹ ਕਿਸ ਦੇ ਅੰਤਰਗਤ ਆਉਂਦੇ ਹਨ? ਵਿਆਕਰਣ ਦੇ ਅੰਤਰਗਤ। ਇਹ ਜਿਹੜਾ ਇਸ ਭਾਸ਼ਾ ਦੇ ਅੰਗਾਂ ਦੀ ਪੜਚੋਲ ਕਰਨੀ, ਇਸ ਦੀ ਆਲੋਚਨਾ ਵਗੈਰਾ ਕਰਨੀ, ਇਸ ਦੀ ਪੁੱਛ ਗਿੱਛ ਕਰਨੀ, ਇਹਨਾਂ ਦੇ ਮਗਰ ਕੰਮ ਕਰ ਰਹੇ ਰੂਲਸ ਨੂੰ ਇਕੱਠਾ ਕਰਨਾ, ਇਹ ਕਿਹਦਾ ਕੰਮ ਹੈ? ਵਿਆਕਰਣ ਦਾ। ਸੋ ਵਿਆਕਰਣ ਉਹ ਜੋ ਭਾਸ਼ਾ ਦੇ ਅੰਗ ਹਨ ਜਾਂ ਭਾਸ਼ਾ ਦੇ ਜੋ ਤੱਤ ਹਨ ਉਹਨਾਂ ਦੇ ਪਿੱਛੇ ਕੰਮ ਕਰ ਰਹੇ ਨਿਯਮਾਂ ਦਾ ਇੱਕ ਸਮੂਹ ਹੈ ਜਿਸ ਨੂੰ ਕਿਹਾ ਜਾਂਦਾ ਹੈ ਵਿਆਕਰਣ। ਸੋ ਵਿਆਕਰਣ ਦੇ ਅੰਗ ਕੀ ਹਨ? ਸਭ ਤੋਂ ਪਹਿਲਾਂ ਵਿਆਕਰਣ ਦੇ ਵਿੱਚ ਆਪਾਂ ਪੜ੍ਹਦੇ ਹਾਂ ਧੁਨੀ ਬੋਧ। ਧੁਨੀ ਬੋਧ, ਅੱਛਾ ਬੋਲਚਾਲ ਰੂਪ ਦੇ ਵਿੱਚ ਤਾਂ ਜੀ ਹੈਗਾ ਧੁਨੀ। ਸੋ ਜਿਹੜਾ ਬੋਲਚਾਲ ਦਾ ਰੂਪ ਹੈ ਉਹਦੇ ਵਿੱਚ ਤਾਂ ਕੀ ਹੈ ਜੀ, ਇਹਦਾ ਨਾਮ ਧੁਨੀ ਹੈ। ਅਤੇ ਜਿਵੇਂ ਮੈਂ ਗੱਲ ਕੀਤੀ ਸੀ ਕਿ ਜਦੋਂ ਆਪਾਂ ਧੁਨੀ ਨੂੰ ਇੱਕ ਚਿੰਨ੍ਹ ਦੇ ਰੂਪ ਦੇ ਵਿੱਚ ਕਿਸੇ ਮਤਲਬ ਕੀ ਹੈ ਉਕੇਰ ਦਿੰਦੇ ਆ, ਇਸ ਨੂੰ ਲਿਖਤੀ ਰੂਪ ਦੇ ਦਿੰਦੇ ਆ, ਤਾਂ ਉਸ ਨੂੰ ਕੀ ਕਿਹਾ ਜਾਂਦਾ ਹੈ? ਇੱਕ ਨਾਮ ਹੈ ਜੀ ਵਰਨਬੋਧ, ਅੱਖਰ ਬੋਧ, ਅੱਖਰ ਬੋਧ। ਸੋ ਇੱਥੇ ਕੀ ਹੈ ਕਿ ਧੁਨੀ ਨੂੰ ਲਿਖਤ ਰੂਪ ਦੇ ਵਿੱਚ ਪ੍ਰਗਟਾਉਣ ਵਾਲਾ ਚਿੰਨ੍ਹ ਉਹਦਾ ਨਾਮ ਹੈ ਅੱਖਰ। ਧੁਨੀ ਨੂੰ ਲਿਖਤ ਰੂਪ ਵਿੱਚ ਪ੍ਰਗਟਾਉਣ ਵਾਲਾ ਜੋ ਚਿੰਨ੍ਹ ਹੈ ਉਸ ਦਾ ਨਾਮ ਹੁੰਦਾ ਹੈ ਜੀ ਅੱਖਰ। ਹੁਣ ਇੱਕ ਵਰਨ ਸ਼ਬਦ ਵੀ ਆ ਰਿਹਾ। ਅੱਛਾ ਇੱਥੇ ਮੈਂ ਡੈਸ਼ ਲਾ ਕੇ ਲਿਖੇ ਨੇ, ਇਹਦਾ ਮਤਲਬ ਕੀ ਹੈ ਕਿ ਇਹ ਸਮਾਨਾਰਥੀ ਸ਼ਬਦ ਨੇ। ਇੱਥੇ ਕੀ ਹੁੰਦਾ ਹੈ ਦੋਸਤੋ ਕਿ ਧੁਨੀ ਜੋ ਹੈ ਉਸ ਦਾ ਸੰਬੰਧ ਹੈ ਸਾਡੀ ਆਵਾਜ਼ ਦੇ ਨਾਲ, ਧੁਨੀ ਦਾ ਸੰਬੰਧ ਹੈ ਸਾਡੀ ਮੌਖਿਕ ਭਾਸ਼ਾ ਦੇ ਨਾਲ। ਪਰ ਧੁਨੀ ਬੋਧ ਜਦੋਂ ਵਿਆਕਰਣ ਦੇ ਵਿੱਚ ਅਸੀਂ ਪੰਜਾਬੀ ਧੁਨੀਆਂ ਦੇ ਸੰਬੰਧੀ ਜਦੋਂ ਨਿਯਮਾਂ ਦੀ ਪੜਚੋਲ ਕਰਦੇ ਹਾਂ, ਨਿਯਮਾਂ ਦੀ ਪੁੱਛ ਪੜਤਾਲ ਕਰਦੇ ਹਾਂ, ਉਦੋਂ ਉਸ ਨੂੰ ਕਿਹਾ ਜਾਂਦਾ ਹੈ ਧੁਨੀ ਬੋਧ। ਸਾਡੀ ਜਿਹੜੀ ਵਰਨਮਾਲਾ ਅਸੀਂ ਪੜ੍ਹਦੇ ਹਾਂ ਉਹ ਵੀ ਅਸੀਂ ਧੁਨੀ ਬੋਧ ਦੇ ਵਿੱਚ ਪੜ੍ਹਦੇ ਹਾਂ। ਉਸ ਤੋਂ ਉਪਰੰਤ ਇਸ ਦਾ ਦੂਜੇ ਨਾਮ ਹਨ ਅੱਖਰ ਬੋਧ ਅਤੇ ਵਰਨ ਬੋਧ। ਅੱਛਾ ਹੁਣ ਗੱਲ ਕਰੀਏ ਜੀ ਇੱਕ ਹੋਰ ਅੰਗ ਦੀ ਜਿਹਦਾ ਨਾਮ ਹੈ ਸ਼ਬਦ ਤੋਂ ਬਣ ਗਿਆ ਜੀ ਸ਼ਬਦ ਬੋਧ। ਸ਼ਬਦ ਬੋਧ, ਇਹਦੇ ਵਿੱਚ ਸ਼ਬਦ ਰਚਨਾ, ਸ਼ਬਦਾਂ ਦੀ ਜਿਹੜੀ ਵਟਾਂਦਰਾ, ਸ਼ਬਦਾਂ ਨੂੰ ਅਲੱਗ-ਅਲੱਗ ਪਾਰਟਾਂ ਦੇ ਵਿੱਚ ਵੰਡਣਾ, ਸ਼ਬਦ ਸ਼੍ਰੇਣੀਆਂ, ਨਾਮ ਪੜਨਾਮ ਵਿਸ਼ੇਸ਼ਣ, ਇਹ ਅਸੀਂ ਸ਼ਬਦ ਬੋਧ ਦੇ ਵਿੱਚ ਪੜ੍ਹਦੇ ਹਾਂ। ਤੀਸਰਾ ਹੈ ਜੀ ਸਾਡਾ ਵਾਕ ਬੋਧ। ਠੀਕ ਹੈ ਜੀ, ਵਾਕ ਬੋਧ। 4 ਨੰਬਰ ਹੈ ਜੀ ਸਾਡਾ ਅਰਥ ਬੋਧ। ਵਾਕ ਬੋਧ ਦੇ ਅਸੀਂ ਵਿੱਚ ਵਾਕ ਰਚਨਾ, ਵਾਕ ਵਟਾਂਦਰਾ, ਵਾਕ ਦੀ ਜਿਹੜੀ ਬਣਤਰ ਹੈ ਉਹਦੇ ਸੰਬੰਧੀ ਨਿਯਮ ਪੜ੍ਹਦੇ ਹਾਂ। ਸੋ ਇਹ ਸਾਡਾ ਵਾਕ ਬੋਧ ਹੋ ਗਿਆ ਜੀ। ਅੱਛਾ ਹੁਣ ਗੱਲ ਕੀ ਹੈ ਕਿ ਜਿਹੜੇ ਵਿਆਕਰਣ ਹੈ ਜੋ ਸਾਡਾ ਉਹਦੇ ਵਿੱਚ ਭਾਸ਼ਾ ਦੇ ਇਹਨਾਂ 3 ਅੰਗਾਂ ਦੀ ਵਿਆਖਿਆ ਕੀਤੀ ਜਾਂਦੀ ਹੈ। ਵਿਆਕਰਣ ਇਸ ਚੌਥੇ ਅਰਥ ਬੋਧ ਦੀ ਵਿਆਖਿਆ ਨਹੀਂ ਕਰਦਾ। ਇਹਦਾ ਮਤਲਬ ਕੀ ਹੈ ਕਿ ਸਾਡੇ ਵਿਆਕਰਣਕਾਰਾਂ ਨੇ ਭਾਸ਼ਾ ਦੇ ਅੰਗ 4 ਮੰਨ ਤਾਂ ਲਏ ਪਰ ਕਿਤੇ ਨਾ ਕਿਤੇ ਇਸ ਗੱਲ ਨੂੰ ਕਲੀਅਰ ਨਹੀਂ ਕੀਤਾ। ਪਰ ਹੁਣ ਇੱਕ ਗੱਲ ਹੋਰ ਤੁਸੀਂ ਧਿਆਨ ਨਾਲ ਨੋਟ ਕਰਕੇ ਜ਼ਰੂਰ ਲਿਖਿਓ ਕਿ ਜਦੋਂ ਆਪਾਂ ਭਾਸ਼ਾ ਦੇ ਅੰਗਾਂ ਦਾ ਆਪਾਂ ਜਦੋਂ ਵਿਆਖਿਆ ਕਰਨੀ ਹੈ, ਭਾਸ਼ਾ ਦੇ 4 ਅੰਗ ਨੇ, 4 ਅੰਗਾਂ ਦੀ ਵਿਆਖਿਆ ਦੇ ਵਿੱਚੋਂ 3 ਅੰਗਾਂ ਦੀ ਵਿਆਖਿਆ ਤਾਂ ਸਾਡਾ ਵਿਆਕਰਣ ਕਰੀ ਜਾਂਦਾ ਹੈ। ਠੀਕ ਹੈ ਜੀ, ਇਹਨਾਂ 3 ਅੰਗਾਂ ਦੇ ਪਿੱਛੇ ਕੰਮ ਕਰ ਰਹੇ ਨਿਯਮਾਂ ਦੀ ਪੜਚੋਲ ਤਾਂ ਸਾਡਾ ਵਿਆਕਰਣ ਕਰ ਲਵੇਗਾ। ਪਰ ਅਰਥ ਬੋਧ ਹੈ ਜਿਹੜਾ ਉਹਦਾ ਸੰਬੰਧ ਵਿਆਕਰਣ ਦੇ ਨਾਲ ਨਹੀਂ ਹੈ। ਅਰਥ ਬੋਧ ਦੀ ਜਿਹੜੀ ਵਿਆਖਿਆ ਉਹ ਵਿਆਕਰਣ ਨਹੀਂ ਕਰਦਾ। ਇਸ ਕਰਕੇ ਅਗਰ ਮੈਂ ਕਹਾਂ ਕਿ ਅਰਥ ਬੋਧ ਜਾਂ ਵਿਆਖਿਆ ਦੀ ਦ੍ਰਿਸ਼ਟੀ ਤੋਂ ਵਿਆਕਰਣ ਦੇ 3 ਹੀ ਅੰਗ ਬਣਦੇ ਨੇ। ਵਿਆਖਿਆ ਦੀ ਦ੍ਰਿਸ਼ਟੀ ਤੋਂ ਇਹ ਗੱਲ ਤੁਸੀਂ ਬਿਲਕੁਲ ਧਿਆਨ ਦੇ ਵਿੱਚ ਰੱਖਣੀ ਹੈ ਕਿ ਅਗਰ ਗੱਲ ਆ ਜਾਏ ਕਿ ਵਿਆਖਿਆ ਦੀ, ਕਿ ਵਿਆਕਰਣ ਭਾਸ਼ਾ ਦੇ ਕਿੰਨੇ ਅੰਗਾਂ ਦੀ ਵਿਆਖਿਆ ਕਰਦਾ ਹੈ, ਤਾਂ 3 ਅੰਗਾਂ ਦੀ, ਧੁਨੀ, ਸ਼ਬਦ ਅਤੇ ਵਾਕ ਦੀ। ਤੇ ਕਿਹੜੇ ਅੰਗ ਦੀ ਵਿਆਖਿਆ ਨਹੀਂ ਕਰਦਾ? ਅਰਥ ਦੀ ਵਿਆਖਿਆ ਨਹੀਂ ਕਰਦਾ ਜੀ।
ਇਸ ਕਰਕੇ ਜਿਹੜਾ ਭਾਸ਼ਾ ਦਾ ਚੌਥਾ ਅੰਗ ਹੈ ਅਰਥ, ਉਹ ਵਿਆਕਰਣ ਦੀ ਵਿਆਖਿਆ ਦੀ ਸ਼੍ਰੇਣੀ ਦੇ ਵਿੱਚ ਨਹੀਂ ਆਉਂਦਾ। ਇਹ ਗੱਲ ਤੁਸੀਂ ਯਾਦ ਰੱਖਣੀ ਹੈ। ਆਪਾਂ ਕੱਲ੍ਹ ਦੀ ਕਲਾਸ ਦੇ ਵਿੱਚ ਧੁਨੀ ਬੋਧ ਜਾਂ ਵਰਨ ਬੋਧ ਜਾਂ ਅੱਖਰ ਬੋਧ ਆਪਾਂ ਪੜਾਂਗੇ। ਇਹਦੇ ਵਿੱਚ ਆਪਾਂ ਦੇਖਾਂਗੇ ਕਿ ਵਰਨ ਬੋਧ ਤੇ ਅੱਖਰ ਬੋਧ ਜੋ ਹਾਲਾਂਕਿ ਸਮਾਨਾਰਥੀ ਸ਼ਬਦ ਨੇ ਵਰਨ ਤੇ ਅੱਖਰ, ਪਰ ਇਹਦੇ ਵਿੱਚ ਫਰਕ ਕੀ ਹੋ ਸਕਦਾ ਹੈ, ਇਹਦੇ ਬਾਰੇ ਆਪਾਂ ਵਿਚਾਰ ਚਰਚਾ ਜਿਹੜੀ ਉਹ ਕੱਲ੍ਹ ਦੀ ਜਮਾਤ ਦੇ ਵਿੱਚ ਕਰਾਂਗੇ। ਤੇ ਦੋਸਤੋ ਤਦ ਤੱਕ ਤੁਸੀਂ ਇੱਕ ਮੈਂ ਹੋਰ ਗੱਲ ਤੁਹਾਡੇ ਨਾਲ ਸਾਂਝੀ ਜ਼ਰੂਰ ਕਰ ਲਵਾਂ। ਕੱਲ੍ਹ ਦੀ ਜਮਾਤ ਦੇ ਵਿੱਚ ਮੈਂ ਇਹ ਗੱਲ ਕੀਤੀ ਨਹੀਂ ਸੀ। ਤੁਸੀਂ ਜੋ ਸਾਡਾ ਚੈਨਲ ਹੈ ਉਹ ਜ਼ਰੂਰ ਸਬਸਕ੍ਰਾਈਬ ਕਰ ਲਿਓ ਤਾਂ ਜੋ ਤੁਹਾਨੂੰ ਟਾਈਮ ਟੂ ਟਾਈਮ ਵੀਡੀਓ ਪਹੁੰਚਦੀਆਂ ਰਹਿਣ, ਕਿਉਂਕਿ ਮੈਂ ਸਾਰਾ ਸਿਲੇਬਸ ਆਪ ਇਸ ਨੂੰ ਪੂਰਾ ਕਰਕੇ ਜਾਵਾਂਗਾ। ਸੋ ਜਿਹੜਾ ਸਿਲੇਬਸ ਹੈ ਇਹ ਸਾਰਾ ਤੁਹਾਡੇ ਤੱਕ ਪੂਰਾ ਪਹੁੰਚੇਗਾ। ਇਸ ਕਰਕੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲ ਜਾਏ, ਕਿਉਂਕਿ ਬਾਰ-ਬਾਰ ਵਿਦਿਆਰਥੀ ਫਿਰ ਪੁੱਛਦੇ ਰਹਿੰਦੇ ਨੇ ਕਿ ਸਰ ਅਗਲੀ ਵੀਡੀਓ ਆਵੇਗੀ ਜਾਂ ਕਦੋਂ ਆਵੇਗੀ। ਸੋ ਇਹ ਤੁਹਾਨੂੰ ਜਿਹੜਾ ਇਹ ਪਤਾ ਇਹ ਚੈਨਲ ਦੇ ਉੱਪਰੋਂ ਹੀ ਲੱਗਦਾ ਰਹੇਗਾ। ਸੋ ਆਪਾਂ ਇਹ ਜਿਹੜੀ ਕਲਾਸ ਹੈ ਇਸ ਤੋਂ ਬਾਅਦ ਆਪਾਂ ਇਹ ਵਿਆਕਰਣ ਦੇ ਪਹਿਲੇ ਅੰਗ ਬਾਰੇ ਵਿਚਾਰ ਚਰਚਾ ਕਰਾਂਗੇ ਦੋਸਤੋ। ਤਦ ਤੱਕ ਸਤਿ ਸ੍ਰੀ ਅਕਾਲ ਜੀ, ਰੱਬ ਰਾਖਾ।